गायो जो प्रभ की अत प्यारी, साध संग नानक जस गायो जो प्रभ की अत प्यारी। परम सन्मान जोग पतित पावन किरपा निधान अनाथां दे नाथ, जुगो जुग अटल शबद गुरु। श्री गुरु ग्रंथ साहिब पातशाह महाराज जी दी पावन पवित्र हजूरी अंदर सुभाईमान गुरु प्यारी सवारी साध संगत वड भागे हो। धन धन सतगुरु बाला प्रीतम सतगुरु श्री गुरु हरकृष्ण साहिब पातशाह महाराज जी दे पावन पवित्र अस्थान गुरुद्वारा बंगला साहिब विखे अमृत वेले तो हाजरियां भर के अमृत बाणी नाल जुड़ करके आपने आत्मक जीवन ਨੂੰ ਉੱਚਾ ਪਈ ਕਰਦੇ ਹੋ। ਆਓ ਗੁਰਮਤਿ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਅਸਥਾਨ ਤੇ ਚੱਲ ਰਹੀ ਲੜੀਵਾਰ ਕਥਾ 'ਚ ਵਿਚਾਰ ਅਧੀਨ ਜਿਹੜਾ ਪਾਵਨ ਪਵਿੱਤਰ ਸ਼ਬਦ ਹੈ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਗੌੜੀ ਪੂਰਵੀ ਰਾਗ ਦੇ ਅੰਦਰ ਹੈ। ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਗੌੜੀ ਰਾਗ ਜਿਹੜਾ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਤੀਜਾ ਰਾਗ ਹੈ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਰਾਗਾਂ ਵਿੱਚੋਂ ਇਹ ਰਾਗ ਸਭ ਤੋਂ ਵੱਡਾ ਹੈ। ਸਤਿਗੁਰੂ ਪਾਤਸ਼ਾਹ ਨੇ ਗੌੜੀ ਰਾਗ ਦੇ ਨਾਲ ਦੂਜੇ ਵੀ ਰਾਗ ਨਾਲ ਰਲਾਏ ਨੇ। ਜਿਵੇਂ ਅਸੀਂ ਪੜ੍ਹਦੇ ਹਾਂ ਗੌੜੀ ਗਵਾਰੇਰੀ, ਗੌੜੀ ਬੈਰਾਗਣ, ਗੌੜੀ ਚੇਤੀ, ਗੌੜੀ ਦੀਪਕੀ, ਗੌੜੀ ਪੂਰਵੀ, ਗੌੜੀ ਦੱਖਣੀ। ਅੱਜ ਦਾ ਜਿਹੜਾ ਪਾਵਨ ਪਵਿੱਤਰ ਸ਼ਬਦ ਹੈ ਇਹ ਗੌੜੀ ਪੂਰਵੀ ਰਾਗ ਦੇ ਅੰਦਰ ਹੈ, ਜਿਸ ਦਾ ਮੂਲ ਪਾਠ ਆਪ ਜੀਆਂ ਨੇ ਅਤ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਮਾਨ ਸਿੰਘ ਜੀ ਤੋਂ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਰਾਹੋ ਦੇ ਪਦੇ ਵਿੱਚ ਸਾਨੂੰ ਸਮਝਾਉਂਦੇ ਨੇ, ਆਪਣੇ ਹਰ ਪ੍ਰਭ ਕੀ ਹਉ ਗੋਲੀ, ਮੈਂ ਆਪਣੇ ਪਰਮਾਤਮਾ ਦੀ ਗੋਲੀ ਬਣ ਗਈ ਆ, ਮੈਂ ਆਪਣੇ ਪਰਮਾਤਮਾ ਦੀ ਦਾਸੀ ਬਣ ਗਈ। ਸਾਧ ਸੰਗਤ ਜਦੋਂ ਗੋਲੀ, ਗੋਲਾ ਜਾਂ ਗੁਲਾਮ ਸ਼ਬਦ ਨਾ ਸਾਡੇ ਸਾਹਮਣੇ ਆਉਂਦਾ ਹੈ ਤਾਂ ਅਸੀਂ ਇਸ ਦਾ ਬਹੁਤਾ ਸਤਿਕਾਰ ਨਹੀਂ ਜੇ ਕਰਦੇ, ਸਨਮਾਨ ਨਹੀਂ ਕਰਦੇ ਆ, ਕਿਉਂਕਿ ਗੁਲਾਮ ਸ਼ਬਦ ਸਾਡੀਆਂ ਨਜ਼ਰਾਂ ਵਿੱਚ ਅਤ ਦਾ ਨੀਵਾਂ ਹੈ, ਅਤ ਦਾ ਜ਼ਲੀਲ ਹੈ। ਔਰ ਸੱਚਾਈ ਵੀ ਹੈ ਕਿ ਦੁਨੀਆ ਦੇ ਲੋਕਾਂ ਨੇ ਗੁਲਾਮਾਂ ਤੋਂ ਸਾਰੇ ਕੰਮ ਕਰਾਏ ਔਰ ਸਾਰੇ ਕੰਮ ਕਰਾਉਣ ਦੇ ਬਾਵਜੂਦ ਇਹਨਾਂ ਨੂੰ ਸਭ ਤੋਂ ਜ਼ਿਆਦਾ ਜ਼ਲੀਲ ਕੀਤਾ, ਇਹਨਾਂ ਦਾ ਨਿਰਾਦਰ ਕੀਤਾ, ਇਹਨਾਂ ਦਾ ਤਿਰਸਕਾਰ ਕੀਤਾ। ਇਸ ਕਰਕੇ ਜਦੋਂ ਸਾਡੇ ਸਾਹਮਣੇ ਗੁਲਾਮ ਜਾਂ ਗੋਲਾ ਜਾਂ ਗੋਲੀ ਸ਼ਬਦ ਆਉਂਦਾ ਨਾ ਤਾਂ ਅਸੀਂ ਬਹੁਤਾ ਸਨਮਾਨ ਨਹੀਂ ਜੇ ਕਰਦੇ ਹਾਂ। ਸਾਧ ਸੰਗਤ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਜਿਹੜਾ ਮਨੁੱਖ ਬੰਦਿਆਂ ਦਾ ਗੁਲਾਮ ਬਣੇਗਾ ਨਾ ਉਸ ਨੂੰ ਥਾਂ ਥਾਂ ਤੇ ਜ਼ਲੀਲ ਕੀਤਾ ਜਾਏਗਾ, ਪਰ ਜਿਹੜਾ ਬੰਦਾ ਪਰਮਾਤਮਾ ਦਾ ਗੁਲਾਮ ਬਣ ਗਿਆ, ਪਰਮਾਤਮਾ ਦਾ ਗੋਲਾ ਬਣ ਗਿਆ, ਗੁਰੂ ਪਿਆਰਿਓ ਉਸ ਨੂੰ ਥਾਂ ਥਾਂ ਤੇ ਆਦਰ ਦਿੱਤਾ ਜਾਏਗਾ, ਥਾਂ ਥਾਂ ਉਸ ਦਾ ਸਨਮਾਨ ਹੋਵੇਗਾ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਨੇ ਗੁਲਾਮ ਦੀ ਡੈਫੀਨੇਸ਼ਨ ਦਿੰਦਿਆਂ ਹੋਇਆਂ ਮਹਾਨ ਕੋਸ਼ ਦੇ ਅੰਦਰ ਇਹ ਲਿਖਿਆ ਹੈ ਕਿ ਲੁੱਟ ਵਿੱਚ ਹੱਥ ਆਇਆ ਜਾਂ
ਮੁੱਲ ਖਰੀਦੇ ਹੋਏ ਸੇਵਕ ਨੂੰ ਗੁਲਾਮ ਆਖਿਆ ਜਾਂਦਾ ਸੀ, ਗੋਲਾ ਆਖਿਆ ਜਾਂਦਾ ਸੀ। ਗੁਲਾਮ ਦੀ ਆਪਣੀ ਕੋਈ ਮਰਜ਼ੀ ਨਹੀਂ ਸੀ ਹੁੰਦੀ, ਉਹ ਮਾਲਕ ਦੇ ਪੂਰਨ ਅਧੀਨ ਹੁੰਦਾ ਸੀ। ਜੋ ਮਾਲਕ ਨੇ ਕਹਿਣਾ ਉਹੀ ਗੁਲਾਮ ਨੇ ਕਰਨਾ, ਜੋ ਮਾਲਕ ਨੇ ਦੇਣਾ ਉਹੀ ਗੁਲਾਮ ਨੇ ਪਾਣਾ, ਉਹੀ ਖਾਣਾ, ਉਸ ਦੀ ਮਰਜ਼ੀ ਵਿੱਚ ਤੁਰਨਾ। ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਨੇ ਸਾਨੂੰ ਹਿਦਾਇਤ ਦਿੱਤੀ ਹੈ ਕਿ ਭਾਈ ਦੁਨੀਆ ਦੀ ਗੁਲਾਮੀ ਛੱਡ ਕੇ ਤੂੰ ਪ੍ਰਮਾਤਮਾ ਦਾ ਗੁਲਾਮ ਬਣ। ਕਿਉਂਕਿ ਜਦੋਂ ਅਸੀਂ ਦੁਨੀਆ ਦੀ ਗੁਲਾਮੀ ਛੱਡਾਂਗੇ ਤੇ ਪ੍ਰਮਾਤਮਾ ਦੀ ਮਰਜ਼ੀ ਵਿੱਚ ਤੁਰਾਂਗੇ ਤੇ ਪ੍ਰਮਾਤਮਾ ਸਾਡੇ ਜੀਵਨ ਨੂੰ ਸਫਲਾ ਕਰ ਦੇਗਾ, ਇਸ ਜੀਵਨ ਨੂੰ, ਇਸ ਦੇਹ ਨੂੰ ਪ੍ਰਵਾਨ ਕਰ ਲਏਗਾ। ਮੈਂ ਇੱਕ ਸ਼ਬਦ ਭਗਤ ਕਬੀਰ ਜੀ ਦਾ ਆਪ ਜੀ ਦੇ ਸਨਮੁਖ ਰੱਖਾਂ। ਗੌੜੀ ਰਾਗ ਵਿੱਚ ਪਾਵਨ ਪਵਿੱਤਰ ਸ਼ਬਦ ਹੈ ਭਗਤ ਕਬੀਰ ਜੀ ਦਾ। ਕਬੀਰ ਸਾਹਿਬ ਕਹਿੰਦੇ ਨੇ, ਫੁਰਮਾਨ ਤੇਰਾ ਸਿਰੈ ਉੱਪਰ ਫਿਰ ਨਾ ਕਰਤ ਵਿਚਾਰ। ਹੇ ਪ੍ਰਮਾਤਮਾ, ਤੇਰਾ ਜਿਹੜਾ ਹੁਕਮ ਹੈ ਉਹ ਮੇਰੇ ਸਿਰ ਮੱਥੇ, ਤੇ ਤੇਰੇ ਹੁਕਮ ਤੋਂ ਮੈਂ ਨਾ ਨੁੱਕਰ ਨਹੀਂ ਜੇ ਕਰਦਾ। ਫੁਰਮਾਨ ਤੇਰਾ ਸਿਰੈ ਉੱਪਰ ਫਿਰ ਨਾ ਕਰਤ ਵਿਚਾਰ। ਤੂੰ ਹੀ ਦਰਿਆ ਤੂੰ ਹੀ ਕਰੀਆਂ ਤੁਝੈ ਤੇ ਨਿਸਤਾਰ। ਹੇ ਪ੍ਰਮਾਤਮਾ, ਤੂੰ ਹੀ ਸੰਸਾਰ ਸਮੁੰਦਰ ਹੈ ਤੇ ਤੂੰ ਹੀ ਕਰੀਆ। ਕਰੀਆ ਦਾ ਅਰਥ ਹੁੰਦਾ ਮਲਹ। ਤੂੰ ਹੀ ਸਮੁੰਦਰ ਹੈ ਤੇ ਤੂੰ ਹੀ ਇਸ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਹੈ। ਤੁਝੈ ਤੇ ਨਿਸਤਾਰ। ਮੈਂ ਤਾਂ ਤੇਰੇ ਚਰਨਾਂ ਵਿੱਚ ਬੇਨਤੀ ਕਰਨੀ ਹੈ, ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਤੂੰ ਹੀ ਮੈਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਸਕਦਾ ਹੈ। ਬੰਦੇ ਬੰਦਗੀ ਇਖਤਿਆਰ। ਇਹ ਬੰਦਿਆ ਤੂੰ ਬੰਦੀ ਇਖਤਿਆਰ ਕਰ, ਭਾਵ ਕਿ ਪ੍ਰਮਾਤਮਾ ਦੀ ਬੰਦਗੀ ਕਬੂਲ ਕਰ। ਸਾਧ ਸੰਗਤ, ਬੰਦਾ ਸੰਸਾਰ ਵਿੱਚ ਆਇਆ ਤੇ ਆਇਆ ਕਿਸ ਵਾਸਤੇ? ਪ੍ਰਮਾਤਮਾ ਦੀ ਬੰਦਗੀ ਕਰਨ ਵਾਸਤੇ। ਸਤਿਗੁਰੂ ਨੇ ਆਖ ਦਿੱਤਾ, ਬੰਦਾ ਜਿਹੜਾ ਨਾ ਉਹ ਬੰਦਗੀ ਪਕੜੇ। ਬੰਦੋ ਹੋਏ ਬੰਦਗੀ ਗਹਿ। ਬੰਦਾ ਕੌਣ ਹੈ? ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ, ਜਿਹੜਾ ਪ੍ਰਮਾਤਮਾ ਦੀ ਬੰਦਗੀ ਨੂੰ ਪਕੜਦਾ ਹੈ। ਸਤਿਗੁਰੂ ਨੇ ਆਖਿਆ, ਬੰਦੀ ਅੰਦਰ ਸਿਫਤ ਕਰਾਏ ਤਾਕੋ ਕਹੀਏ ਬੰਦਾ। ਬੰਦਾ ਕੌਣ ਹੈ ਜੀ? ਪਰਮਾਤਮਾ ਆਪਣੇ ਹੁਕਮ ਵਿੱਚ, ਆਪਣੀ ਰਜ਼ਾ ਵਿੱਚ ਜਿਸ ਮਨੁੱਖ ਕੋਲੋਂ ਆਪਣੀ ਬੰਦਗੀ ਕਰਾਉਂਦਾ ਨਾ, ਅਸੀਂ ਉਸ ਨੂੰ ਬੰਦਾ ਆਖ ਸਕਦੇ ਹਾਂ, ਉਹੀ ਬੰਦਾ ਹੈ। ਭਾਈ ਸਾਹਿਬ, ਭਾਈ ਨੰਦਲਾਲ ਸਾਹਿਬ ਨੂੰ ਕਿਸੇ ਨੇ ਪੁੱਛ ਲਿਆ, ਭਾਈ ਨੰਦਲਾਲ ਸਾਹਿਬ ਜੀ, ਬੰਦੇ ਦੀ ਕੀ ਨਿਸ਼ਾਨੀ ਹੈ? ਅਸੀਂ ਪੁੱਛਦੇ ਹਾਂ ਨਾ, ਫਲਾਣੀ ਥਾਂ ਦੀ ਕੀ ਨਿਸ਼ਾਨੀ ਹੈ, ਫਲਾਣੇ ਬੰਦੇ ਦੀ ਕੀ ਨਿਸ਼ਾਨੀ ਹੈ, ਕਿਵੇਂ ਦਾ ਰੰਗ ਹੈ, ਕਿਵੇਂ ਦਾ ਕੱਦ ਹੈ, ਕਿਵੇਂ ਦੀ ਚਾਲ ਹੈ। ਭਾਈ ਨੰਦਲਾਲ ਸਾਹਿਬ ਕਹਿੰਦੇ ਨੇ, ਬੰਦੇ ਦੀ ਜਿਹੜੀ ਨਿਸ਼ਾਨੀ ਹੈ, ਇੱਕੋ ਨਿਸ਼ਾਨੀ ਕਿ ਬੰਦਾ ਉਹ ਹੈ ਜਿਹੜਾ ਪਰਮਾਤਮਾ ਦੀ ਬੰਦਗੀ ਕਰੇ। ਤੇ ਦੂਜੀ ਗੱਲ, ਬੰਦੇ ਦਾ ਦੁਨੀਆ ਦੇ ਅੰਦਰ ਕਮਾਲ ਵੀ ਇੱਕੋ ਹੈ। ਅਸੀਂ ਕਹਿੰਦੇ ਨੇ ਜੀ ਕਮਾਲ ਕਰ ਦਿੱਤਾ। ਬੰਦੇ ਦਾ ਕਮਾਲ ਕੀ ਹੈ? ਭਾਈ ਨੰਦਲਾਲ ਸਾਹਿਬ ਕਹਿੰਦੇ ਨੇ, ਬੰਦੇ ਦਾ ਇੱਕੋ ਇੱਕ ਕਮਾਲ ਹੈ ਕਿ ਉਹ ਪਰਮਾਤਮਾ ਦੀ ਬੰਦਗੀ ਕਰੇ। ਬੰਦਗੀ ਬਾਸ਼ਦ ਕਮਾਲ ਬੰਦਗੀ, ਬੰਦਗੀ ਬਾਸ਼ਦ ਨਿਸ਼ਾਨ ਜ਼ਿੰਦਗੀ। ਬੰਦੇ ਦੀ ਇੱਕੋ ਇੱਕ ਨਿਸ਼ਾਨੀ ਹੈ ਕਿ ਉਹ ਪਰਮਾਤਮਾ ਦੀ ਬੰਦਗੀ ਕਰੇ। ਅੱਗੇ ਭਾਈ ਸਾਹਿਬ ਜੀ ਨੇ ਕਹਿ ਦਿੱਤਾ, ਈ ਵਜੂਦ ਖਾਕ। ਵਜੂਦ ਫਾਰਸੀ ਦੇ ਅੰਦਰ ਕਹਿੰਦੇ ਨੇ ਸਰੀਰ ਨੂੰ। ਕਹਿੰਦੇ ਇਹ ਜਿਹੜਾ ਸਰੀਰ ਹੈ ਨਾ, ਇਹ ਖਾਕ ਤੋਂ ਬਣਿਆ ਹੈ, ਮਿੱਟੀ ਦੇ ਅੰਦਰ ਬਣਿਆ ਹੈ। ਇਹ ਮਿੱਟੀ ਦੀ ਪੈਦਾਇਸ਼ ਹੈ, ਮਿੱਟੀ ਤੋਂ ਪੈਦਾ ਹੋਇਆ ਹੈ, ਮਿੱਟੀ ਦਾ ਪੁਤਲਾ ਹੈ। ਭਾਈ ਨੰਦਲਾਲ ਸਾਹਿਬ ਕਹਿੰਦੇ ਨੇ, ਈ ਵਜੂਦ ਖਾਕ। ਇਹ ਜਿਹੜਾ ਸਰੀਰ ਹੈ ਨਾ, ਇਹ ਮਿੱਟੀ ਤੋਂ ਬਣਿਆ, ਪਰ ਇਹ ਬੜਾ ਪਾਕ ਪਵਿੱਤਰ ਵੀ ਹੋ ਸਕਦਾ ਹੈ। ਕਿਵੇਂ? ਬੰਦਗੀ ਅਸਤ। ਜਦੋਂ ਅਸੀਂ ਸਰੀਰ ਦੇ ਰਾਹੀਂ ਪਰਮਾਤਮਾ ਦੀ ਬੰਦਗੀ ਕਰੀਏ ਨਾ, ਤਾਂ ਇਹ ਬਹੁਤ ਪਾਕ ਤੇ ਪਵਿੱਤਰ ਬਣ ਸਕਦਾ ਹੈ। ਈ ਵਜੂਦ ਖਾਕ ਪਾਕ ਅਜ਼ ਬੰਦਗੀ ਅਸਤ। ਗੁਫ਼ਤਗੂ ਹਾਏ ਦਿਗਰ ਸ਼ਰਮਿੰਦਗੀ ਅਸਤ। ਪਰ ਭਾਈ ਨੰਦਲਾਲ ਸਾਹਿਬ ਕਹਿਣ ਲੱਗੇ, ਜੇ ਪਰਮਾਤਮਾ ਦੀ ਬੰਦਗੀ ਛੱਡ ਕੇ ਦੂਜੇ ਕਰਮ ਕਾਂਡਾਂ ਵਿੱਚ ਜੁੜ ਜਾਏ, ਪਰਮਾਤਮਾ ਦਾ ਨਾਮ ਛੱਡ ਕੇ ਧਰਮ ਦੇ ਨਾਮ ਦੇ ਉੱਤੇ ਹੋਰ ਕਰਮ ਕਾਂਡ ਕਰਨ ਲੱਗੇ ਨਾ, ਫਿਰ ਇਸ ਦੇ ਉੱਤੇ ਬੜੀ ਸ਼ਰਮਿੰਦਗੀ ਵੀ ਹੈ। ਸਾਧ ਸੰਗਤ, ਬੰਦਗੀ ਤੋਂ ਸ਼ਬਦ ਬਣਿਆ ਹੈ ਬੰਦਾ। ਬੰਦਗੀ ਕਰਨ ਵਾਲੇ ਨੂੰ ਕਹਿੰਦੇ ਨੇ ਬੰਦਾ। ਜਿਵੇਂ
ਨੌਕਰੀ ਕਰਨ ਵਾਲੇ ਨੂੰ ਕਹਿੰਦੇ ਆ ਨੌਕਰ, ਵਿਆਪਾਰ ਕਰਨ ਵਾਲੇ ਨੂੰ ਕਹਿੰਦੇ ਆ ਵਿਆਪਾਰੀ, ਵਿਦਿਆ ਪੜਨ ਵਾਲੇ ਨੂੰ ਕਹਿੰਦੇ ਆ ਵਿਦਿਆਰਥੀ। ਬਿਲਕੁਲ ਇਵੇਂ ਹੀ ਬੰਦਗੀ ਕਰਨ ਵਾਲੇ ਨੂੰ ਆਖਿਆ ਜਾਂਦਾ ਹੈ ਬੰਦਾ। ਪਰ ਸਾਡੀ ਬਦਕਿਸਮਤੀ, ਅੱਜ ਬੰਦੇ ਨੂੰ ਵਾਰ-ਵਾਰ ਚੇਤੇ ਕਰਾਉਣਾ ਪੈਂਦਾ ਕਿ ਸਜਣਾ ਤੂੰ ਪਰਮਾਤਮਾ ਦੀ ਬੰਦਗੀ ਕਰ, ਤੂੰ ਪਰਮਾਤਮਾ ਦਾ ਸਿਮਰਨ ਕਰ। ਪਰ ਫਿਰ ਵੀ ਬੰਦਾ ਪਰਮਾਤਮਾ ਦੇ ਸਿਮਰਨ ਵਿੱਚ ਨਹੀਂ ਜੁੜਦਾ, ਪਰਮਾਤਮਾ ਦੀ ਬੰਦਗੀ ਵਿੱਚ ਨਹੀਂ ਜੇ ਜੁੜਦਾ। ਖਿਆਲ ਕਰਿਓ, ਕਿਸੇ ਰੱਬੀ ਪੁਰਸ਼ ਨੇ, ਕਿਸੇ ਗੁਰਮੁਖ ਨੇ ਕਿਸੇ ਜਾਨਵਰ ਨੂੰ ਸੁਚੇਤ ਨਹੀਂ ਕੀਤਾ ਕਿ ਸਜਣਾ ਤੂੰ ਬੰਦਾ ਬਣ। ਕਿਸੇ ਜੀਵ ਜੰਤੂ ਨੂੰ ਨਹੀਂ ਆਖਿਆ ਕਿ ਤੂੰ ਬੰਦਾ ਬਣ। ਇਸ ਬੰਦੇ ਨੂੰ ਵਾਰ-ਵਾਰ ਆਖਿਆ ਜਾਂਦਾ ਤੂੰ ਬੰਦਾ ਬਣ ਜਾ, ਕਿਉਂਕਿ ਸਰੀਰ ਇਸ ਦਾ ਜ਼ਰੂਰ ਬੰਦਿਆਂ ਵਾਲਾ ਹੈ, ਪਰ ਖਿਆਲ ਕਰਿਓ ਕਰਮ ਇਸ ਦੇ ਬੰਦਿਆਂ ਵਾਲੇ ਨਹੀਂ। ਦੇਹੀ ਜਿਹੜੀ ਹੈ ਮਨੁੱਖਾਂ ਵਾਲੀ ਇਸ ਨੇ ਪ੍ਰਾਪਤ ਕਰ ਲਈ, ਪਰ ਇਸ ਦੇ ਕਰਮ ਜਿਹੜੇ ਨੇ ਨਾ ਉਹ ਜਾਨਵਰਾਂ ਵਾਲੇ ਨੇ, ਪਸ਼ੂਆਂ ਵਾਲੇ ਨੇ। ਤਾਂ ਹੀ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣਾ ਪਿਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਮਨੁੱਖੀ ਜਾਤ, ਮਨੁੱਖਾ ਸਰੀਰ ਜ਼ਰੂਰ ਪ੍ਰਾਪਤ ਹੋ ਗਿਆ, ਪਰ ਗੁਰੂ ਪਿਆਰਿਓ ਇਸ ਦੀਆਂ ਜਿਹੜੀਆਂ ਕਰਤੂਤਾਂ ਨੇ, ਇਸ ਦੇ ਜਿਹੜੇ ਕਰਮ ਨੇ ਨਾ ਉਹ ਪਸ਼ੂਆਂ ਵਾਲੇ ਹਨ। ਕਬੀਰ ਸਾਹਿਬ ਕਹਿੰਦੇ ਨੇ ਬੰਦੇ ਬੰਦਗੀ ਇਖਤਿਆਰ, ਹੇ ਬੰਦਿਆ ਤੂੰ ਪਰਮਾਤਮਾ ਦੀ ਬੰਦਗੀ ਕਰ। ਸਾਹਿਬ ਰੋਸ ਧਰੋ ਕੇ ਪਿਆਰ, ਪਰਮਾਤਮਾ ਭਾਵੇਂ ਗੁੱਸਾ ਕਰੇ, ਗਿਲਾ ਕਰੇ, ਭਾਵੇਂ ਤੇਰੇ ਨਾਲ ਪਿਆਰ ਕਰੇ, ਪਰ ਕਦੇ ਵੀ ਪਰਮਾਤਮਾ ਦੀ ਬੰਦਗੀ ਤੋਂ ਵਾਂਝਾ ਨਾ ਹੋ ਜੀ, ਪਰਮਾਤਮਾ ਦੀ ਬੰਦਗੀ ਨਾ ਛੱਡੀ। ਉਹ ਅੱਗੇ ਆਖਦੇ ਨੇ, ਸੱਚਾ ਨਾਮ ਤੇਰਾ ਆਧਾਰ ਮੇਰਾ, ਜਿਉ ਫੂਲ ਜਈ ਹੈ ਨਾਰ। ਹੇ ਪਰਮਾਤਮਾ ਤੇਰਾ ਨਾਮ ਜਿਹੜਾ ਮੇਰੀ ਜ਼ਿੰਦਗੀ ਦਾ ਆਸਰਾ ਹੈ। ਕਿਵੇਂ? ਜਿਉ ਫੂਲ ਜਈ ਹੈ ਨਾਰ, ਜਿਵੇਂ ਇੱਕ ਫੁੱਲ ਦਾ ਆਸਰਾ ਪਾਣੀ ਹੁੰਦਾ ਹੈ। ਨਾਰ ਦਾ ਅਰਥ ਹੈ ਪਾਣੀ। ਜਿਵੇਂ ਇੱਕ ਫੁੱਲ ਪਾਣੀ ਵਿੱਚ ਜਿਉਂਦਾ ਰਹਿੰਦਾ ਹੈ ਨਾ, ਹੇ ਪਰਮਾਤਮਾ ਮੈਂ ਵੀ ਤੇਰੇ ਆਸਰੇ ਜਿਉਂਦਾ ਰਹਿੰਦਾ, ਮੇਰਾ ਵੀ ਆਸਰਾ ਤੂੰ ਹੈ। ਫਿਰ ਅੱਗੇ ਆਖਦੇ ਨੇ, ਕਹਿ ਕਬੀਰ ਗੁਲਾਮ ਘਰ ਕਾ, ਜਿਆਏ ਭਾਵੇਂ ਮਾਰ। ਹੇ ਪ੍ਰਮਾਤਮਾ ਮੈਂ ਤੇਰੇ ਦਰ ਦਾ ਗੁਲਾਮ, ਹੁਣ ਭਾਵੇਂ ਮੈਨੂੰ ਜਿਉਂਦਾ ਰੱਖ ਭਾਵੇਂ ਮਾਰ, ਮੈਂ ਤੇਰੇ ਦਰ ਤੇ ਆ ਕਰਕੇ ਡਿੱਗ ਗਿਆ ਹਾਂ, ਤੇਰੀ ਮਰਜ਼ੀ ਵਿੱਚ ਤੁਰਨਾ ਹੈ, ਹੁਣ ਮੈਂ ਤੇਰੇ ਦਰ ਦਾ ਗੁਲਾਮ ਬਣ ਗਿਆ। ਸਾਧ ਸੰਗਤ, ਜਿਹੜਾ ਪ੍ਰਮਾਤਮਾ ਦਾ ਗੁਲਾਮ ਬਣ ਜਾਂਦਾ ਹੈ ਨਾ, ਉਹ ਆਪਣੀ ਮਰਜ਼ੀ ਛੱਡ ਦਿੰਦਾ ਹੈ ਤੇ ਆਪਣੀ ਮਰਜ਼ੀ ਤਿਆਗ ਕਰਕੇ ਉਹ ਆਪਣੇ ਮਾਲਕ ਨੂੰ ਖੁਸ਼ ਕਰ ਲੈਂਦਾ ਹੈ। ਗੱਲ ਸਪਸ਼ਟ ਹੋ ਜਾਵੇ। ਇੱਕ ਸਾਖੀ ਦੀ ਸਾਂਝ ਆਪ ਜੀ ਦੇ ਨਾਲ ਪਾਵਾਂ। ਕਹਿੰਦੇ ਇੱਕ ਨਵਾਬ ਨੇ ਨਾ ਬਾਜ਼ਾਰ ਵਿੱਚੋਂ ਇੱਕ ਗੁਲਾਮ ਖਰੀਦ ਲਿਆ। ਪੁਰਾਣੇ ਸਮੇਂ ਦੇ ਅੰਦਰ ਗੁਲਾਮ ਵਿਕਦੇ ਸਨ ਤੇ ਉਸ ਨਵਾਬ ਨੇ ਗੁਲਾਮ ਖਰੀਦ ਲਿਆ, ਘਰ ਲਿਆਂਦਾ। ਘਰ ਲਿਆ ਕਰਕੇ ਗੁਲਾਮ ਨੂੰ ਪੁੱਛਦਾ ਹੈ, ਤੂੰ ਕਿਵੇਂ ਰਹਿਣਾ ਪਸੰਦ ਕਰੇਂਗਾ? ਗੁਲਾਮ ਕਹਿੰਦਾ ਹੈ, ਮੇਰੇ ਮਾਲਕ ਦੀ ਮਰਜ਼ੀ, ਜਿਵੇਂ ਰੱਖੇਗਾ ਮੈਂ ਰਵਾਂਗਾ, ਮੇਰੀ ਆਪਣੀ ਮਰਜ਼ੀ ਕੋਈ ਨਹੀਂ, ਮੈਂ ਤਾਂ ਮਾਲਕ ਦੀ ਮਰਜ਼ੀ ਵਿੱਚ ਤੁਰਨਾ ਹੈ। ਨਵਾਬ ਨੇ ਫਿਰ ਅੱਗੇ ਪੁੱਛਿਆ, ਤੂੰ ਕੀ ਖਾਣਾ ਪਸੰਦ ਕਰੇਂਗਾ? ਗੁਲਾਮ ਕਹਿਣ ਲੱਗਾ, ਜੋ ਮਾਲਕ ਦੀ ਮਰਜ਼ੀ, ਜੋ ਤੁਸੀਂ ਦਿਓਗੇ ਮੈਂ ਖਾਵਾਂਗਾ, ਮੇਰੀ ਆਪਣੀ ਮਰਜ਼ੀ ਕੁਝ ਨਹੀਂ। ਫਿਰ ਉਸਨੇ ਪੁੱਛ ਲਿਆ, ਕੀ ਪਾਣਾ ਪਸੰਦ ਕਰੇਂਗਾ? ਗੁਲਾਮ ਨੇ ਫਿਰ ਅੱਗੋਂ ਕਹਿ ਦਿੱਤਾ, ਜੋ ਤੁਸੀਂ ਦਿਓਗੇ ਮੈਂ ਉਹ ਪਾ ਲਵਾਂਗਾ, ਮੈਂ ਤੁਹਾਡੀ ਮਰਜ਼ੀ ਵਿੱਚ ਤੁਰਨਾ ਹੈ, ਮੇਰੀ ਆਪਣੀ ਮਰਜ਼ੀ ਕੋਈ ਨਹੀਂ। ਕਹਿੰਦੇ ਨਵਾਬ ਨੇ ਫਿਰ ਅਗਲਾ ਸਵਾਲ ਕੀਤਾ ਕਿ ਮੈਂ ਤੈਨੂੰ ਕੀ ਨਾਮ ਲੈ ਕਰਕੇ ਸੱਦਾਂ, ਕੀ ਨਾਮ ਲੈ ਕਰਕੇ ਤੈਨੂੰ ਬੁਲਾਵਾਂ? ਗੁਲਾਮ ਨੇ ਹੱਥ ਜੋੜੇ, ਮਾਲਕ ਤੁਹਾਡੀ ਮਰਜ਼ੀ, ਮੇਰੀ ਆਪਣੀ ਮਰਜ਼ੀ ਕੋਈ ਨਹੀਂ, ਜੋ ਤੁਸੀਂ ਨਾਮ ਲਓਗੇ ਮੈਂ ਉਸੇ ਨਾਮ ਦੇ ਨਾਲ ਬੋਲਾਂਗਾ, ਮੇਰੀ ਆਪਣੀ ਮਰਜ਼ੀ ਕੋਈ ਨਹੀਂ, ਮੈਂ ਆਪਣੇ ਮਾਲਕ ਦੀ ਮਰਜ਼ੀ ਵਿੱਚ ਤੁਰਾਂਗਾ। ਸਾਧ ਸੰਗਤ, ਨਵਾਬ ਨੇ ਆਪਣੇ ਗੁਲਾਮ ਦੇ ਪੈਰ ਪਕੜ ਲਏ। ਗੁਲਾਮ ਕਹਿੰਦਾ, ਮਾਲਕ ਇਹ ਕੀ ਕਰਦੇ ਹੋ? ਨਵਾਬ ਕਹਿੰਦਾ, ਜਿਹੜੀ ਚੀਜ਼, ਜਿਹੜਾ ਗਿਆਨ, ਜਿਹੜਾ ਗੁਰ ਅੱਜ ਤੱਕ ਮੈਨੂੰ ਕਿਤੇ ਪ੍ਰਾਪਤ ਨਹੀਂ ਹੋਇਆ, ਉਹ ਗਿਆਨ ਤੂੰ ਅੱਜ ਮੈਨੂੰ ਬਖਸ਼ ਦਿੱਤਾ। ਮੈਨੂੰ ਅੱਜ ਪਤਾ ਲੱਗ ਗਿਆ
ਜਿਹੜਾ ਆਪਣੇ ਮਾਲਕ ਦੀ ਮਰਜ਼ੀ ਵਿੱਚ ਤੁਰੇਗਾ, ਆਪਣੇ ਮਾਲਕ ਦੀ ਮਰਜ਼ੀ ਵਿੱਚ ਰਹੇਗਾ, ਉਹ ਮਾਲਕ ਨੂੰ ਖੁਸ਼ ਕਰ ਲਏਗਾ ਤੇ ਮਾਲਕ ਉਸ ਨੂੰ ਪ੍ਰਵਾਨ ਕਰ ਲਏਗਾ। ਕਬੀਰ ਸਾਹਿਬ ਕਹਿੰਦੇ ਨੇ, ਕਹਿ ਕਬੀਰ ਗੁਲਾਮ ਘਰ ਕਾ ਜਿਆਏ ਭਾਵੇਂ ਮਾਰ। हे ਪ੍ਰਮਾਤਮਾ, ਮੈਂ ਤੇਰੇ ਦਰ ਦਾ ਗੁਲਾਮ ਬਣ ਗਿਆ, ਮੈਂ ਆਪਣੀ ਮਰਜ਼ੀ ਤਿਆਗ ਦਿੱਤੀ, ਹੁਣ ਭਾਵੇਂ ਤੂੰ ਜਿਉਂਦਾ ਰੱਖ, ਭਾਵੇਂ ਮੈਨੂੰ ਮਾਰ। ਸਾਧ ਸੰਗਤ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਚੱਲਦੀ ਪਈ ਹੈ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਸਾਨੂੰ ਇੱਕ ਅਰਦਾਸ ਕਰਨੀ ਸਿਖਾਈ ਹੈ। हे ਸਿੱਖਾ, ਗੁਰੂ ਦੇ ਦਰ ਤੇ ਆ ਕਰਕੇ ਡਿੱਗ ਜਾ ਤੇ ਗੁਰੂ ਦੇ ਦਰ ਤੇ ਨਤਮਸਤਕ ਹੋ ਕਰਕੇ ਅਰਦਾਸ ਕਰ, ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਵਿੱਚ ਆ ਕਰਕੇ ਡਿੱਗਾ ਹਾਂ, ਹੁਣ ਭਾਵੇਂ ਮੈਨੂੰ ਜਿਉਂਦਾ ਰੱਖ, ਭਾਵੇਂ ਮਾਰ, ਇਹ ਤੇਰੇ ਹੱਥ ਵਿੱਚ ਹੈ। ਮੈਂ ਆਪਣੀਆਂ ਚਤੁਰਾਈਆਂ, ਆਪਣੀਆਂ ਸਿਆਣਪਾਂ, ਆਪਣੀਆਂ ਵਡਿਆਈਆਂ ਸਾਰੀਆਂ ਮੈਂ ਅੱਗ ਦੇ ਅੰਦਰ ਸਾੜ ਦਿੱਤੀਆਂ। ਉਹਨਾਂ ਦਾ ਬੜਾ ਪਿਆਰਾ ਸ਼ਬਦ ਹੈ ਦੇਵ ਗੰਧਾਰੀ ਰਾਗ ਵਿੱਚ, ਕਿਤੇ ਸਾਡੇ ਅੰਦਰੋਂ ਵੀ ਇਹ ਅਰਦਾਸ ਨਿਕਲੇ, ਕੇਵਲ ਬੋਲਾਂ ਦੇ ਰਾਹੀਂ ਨਹੀਂ, अंदर दिलों जुड़ करके अरदास करिए गुरु दे दर ते आकर के, अब हम चली ठाकुर पै हार, जब हम शरण प्रभु की आई, राख प्रभु पावे मार। लोकन की चतुराई उपमा ते बैसंतर जार। दुनिया वाली चतुराई, दुनिया वालियां सियाणपां, बैसंतर अग, ये सारियां अग दे अंदर साड़ दित्तियां। लोकन की चतुराई उपमा ते बैसंतर जार। कोई भला कहो भावें बुरा कहो, हम तन दियो है ढार। सच्चे पातशाह, हुण कोई चंगा आखे भावें माड़ा आखे, असीं तां तन्नू समर्पण हो गए हां। जो आवत शरण ठाकुर प्रभ तुमरी, तिस राखो कृपा धार। जन नानक शरण तुम्हारी हर जियो, राखो लाज मुरार। सच्चे पातशाह, मैनू पता है जेड़ा थोड़ी शरण विच आ करके डिग जांदा है, जेड़ा अपनी मर्जी त्याग करके थोड़े हुक्म विच तुरदा है, थोड़ी मर्जी दे अंदर तुरदा है, सच्चे पातशाह तुसीं उन्हां दी लाज रखदे हो, उन्हां दी इज्जत रखदे हो। मैं थोड़ी शरण विच आया, थोड़ा गुलाम बन गया, क्योंकि जेड़ा थोड़ा गुलाम बन गया ना, वो दुनिया दा गुलाम नहीं जी बनदा, वो दुनिया दी गुलामी नू कट देंदा है, दुनिया दी गुलामी दियां जंजीरां नू तोड़ देंदा है, क्योंकि वो थोड़ा गुलाम बन गया। साध संगत, धन धन सतगुरु श्री गुरु गोबिंद सिंह पातशाह महाराज प्रसादा छकदे पए ने। कुत्ता अगे बैठा है, भाई नंदलाल साहब नाल बैठे ने। धन गुरु गोबिंद सिंह पातशाह महाराज ने एक प्रसादे दा टुकड़ा तोड़िया ते कुत्ते नू पा दिता। कहंदे जदों कुत्ते नू प्रसादे दी बुरकी पाई, टुकड़ा पाया, भाई नंदलाल साहब कहन लगे, सच्चे पातशाह, एक कुत्ता अदर भी बैठा है, तुसीं इहनूं भी एक टुकड़े दी बख्शिश करो। धन गुरु गोबिंद सिंह पातशाह महाराज कहन लगे, भाई नंदलाल, उस कुत्ते दा सबर संतोख वेख, वो कुत्ता मेरी मर्जी विच है, उसने मंगिया नहीं, पर तू मंग लिया, तू मेरी मर्जी विच नहीं जी तुरिया। भाई नंदलाल साहब ने हथ जोड़े कहन लगे, सच्चे पातशाह, मेरा दिल जेड़ा, मेरा मन जेड़ा बड़ा अशांत है, इस दे अंदर संतोख ते सबर नहीं, तुसी कृपा करो अपनी बंदगी दा पटा दिओ, तां करके ये तुहाडी मर्जी विच तुर सके, ये थोड़े हुक्म दे अंदर तुर सके। उन्हां बचन आखे, ई दिल बिरयान मारा शोक दे। हे धन गुरु गोबिंद सिंह पातशाह महाराज, ये मेरा दिल, मेरा मन जेड़ा ना बड़ा अशांत है, ई दिल बिरयान मारा शोक दे। दर गुलेम बंद गीरा तौक दे। हे धन गुरु गोबिंद सिंह पातशाह महाराज, मेरे गले विच तुसी बंदगी दा पटा पाओ, तां करके मैं थोड़ी मर्जी विच तुर सकां। तौक कहंदे ने पटा, जो कुत्तियां दे गल विच पा दिंदे हन। उन्हां गंजनामे दे अंदर भी बचन लिखे, लाल सगे गुलाम गुरु गोबिंद सिंह, मैं गुरु गोबिंद सिंह महाराज जी दा गुलाम कुत्ता हां। लाल सगे गुलाम गुरु गोबिंद सिंह,
ਦਾਗਦਾਰ ਨਾਮ ਗੁਰੂ ਗੋਬਿੰਦ ਸਿੰਘ। ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਾਗਿਆ ਹੋਇਆ ਹਾਂ। ਦਾਗਦਾਰ ਸਾਧ ਸੰਗਤ ਪੁਰਾਣੇ ਸਮੇਂ ਦੇ ਅੰਦਰ ਗੁਲਾਮਾਂ ਨੂੰ ਦਾਗਿਆ ਜਾਂਦਾ ਸੀ। ਇੰਜ ਕਹਦੇ ਮਾਂ ਮਾਲਕ ਜਿਹੜਾ ਹੈ ਨਾ ਆਪਣੀ ਮੋਹਰ ਲਗਾ ਦਿੰਦਾ ਸੀ ਕਿ ਇਹ ਮੇਰਾ ਗੁਲਾਮ, ਪੱਕੀ ਮੋਹਰ। ਦਾਗ ਦਾ ਅਰਥ ਫਾਰਸੀ ਦੀ ਡਿਕਸ਼ਨਰੀ ਦੇ ਅੰਦਰ ਮੈਂ ਵੇਖੇ ਉਹਨਾਂ ਕੀਤੇ ਨੇ ਦਫ਼ਤਰ ਦੀ ਮੋਹਰ। ਜਿਹੜੇ ਪੁਰਾਣੇ ਸਮੇਂ ਦੇ ਅੰਦਰ ਮਾਲਕ ਜਿਹੜੇ ਨੇ ਆਪਣੇ ਗੁਲਾਮਾਂ ਨੂੰ ਲਗਾ ਦਿੰਦੇ ਸਨ। ਔਰ ਐਦਾਂ ਦੇ ਬਚਨ ਹੀ ਬਾਬਾ ਕਬੀਰ ਜੀ ਨੇ ਵੀ ਆਖੇ ਨੇ, ਕਿਉਂਕਿ ਜਦੋਂ ਬੰਦਾ ਪ੍ਰਮਾਤਮਾ ਦਾ ਸੇਵਕ ਬਣ ਜਾਏ ਫਿਰ ਉਹ ਆਪਣੇ ਆਪ ਨੂੰ ਵੱਡਾ ਨਹੀਂ ਜੇ ਸਮਝਦਾ, ਉਹ ਆਪਣੇ ਆਪ ਨੂੰ ਅਤ ਦਾ ਨੀਵਾਂ ਸਮਝਦਾ ਹੈ। ਕਬੀਰ ਸਾਹਿਬ ਕਹਿੰਦੇ ਨੇ ਹਮ ਕੂ ਕਰ ਤੇਰੇ ਦਰਬਾਰ, ਭੋਕੈ ਆਗੈ ਬਦਨ ਪਸਾਰ। ਪਰਮਾਤਮਾ ਤੇਰੇ ਦਰ ਦੇ ਅਸੀਂ ਕੁੱਤੇ ਹਾਂ, ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ। ਤੇਰੇ ਦੁਆਰੇ ਧੁਨ ਸਹਿਜ ਕੀ ਮਾਥੈ ਮੇਰੇ ਦਗਾਈ। ਅਸੀਂ ਤੇਰੇ ਦੁਆਰੇ ਤੇ ਆ ਕਰਕੇ ਡਿੱਗੇ ਹਾਂ, ਤੇ ਜਿਹੜਾ ਤੇਰੇ ਦਰ ਤੇ ਆ ਗਿਆ ਨਾ, ਕਹਿਣ ਲੱਗੇ ਉਸ ਦੇ ਅੰਦਰ ਆਤਮਕ ਅਡੋਲਤਾ ਆ ਜਾਂਦੀ ਹੈ। ਮਾਥੈ ਮੇਰੇ ਦਗਾਈ, ਮੇਰੇ ਮੱਥੇ ਦੇ ਉੱਤੇ ਤੇਰਾ ਦਾਗ ਭਾਵ ਕਿ ਭਗਤੀ ਦਾ ਨਿਸ਼ਾਨ ਹੈ। ਦਾਗੇ ਹੋਏ ਸੋ ਰਣ ਮੈਂ ਜੂਝੈ, ਬਿਨ ਦਾਗੇ ਭਗ ਜਾਈ। ਹੇ ਸੱਚੇ ਪਾਤਸ਼ਾਹ, ਜਿਹੜੇ ਦਾਗੇ ਹੋਏ ਹੁੰਦੇ ਨੇ, ਜਿਨ੍ਹਾਂ ਦੇ ਮੱਥੇ ਦੇ ਉੱਤੇ ਭਗਤੀ ਦਾ ਨਿਸ਼ਾਨ ਹੁੰਦਾ, ਉਹ ਭਗਤੀ ਦੇ ਇਸ ਰਣ ਤੱਤੇ ਵਿੱਚ ਜੂਝਦੇ ਨੇ। ਪਰ ਜਿਨ੍ਹਾਂ ਦੇ ਉੱਤੇ ਭਗਤੀ ਦਾ ਨਿਸ਼ਾਨ ਨਹੀਂ, ਉਹ ਦੌੜ ਜਾਂਦੇ ਨੇ। ਦਾਗੇ ਹੋਏ ਸੋ ਰਣ ਮੈਂ ਜੂਝੈ, ਬਿਨ ਦਾਗੇ ਭਗ ਜਾਈ। ਕਹਿੰਦੇ ਸਾਧੂ ਹੋਏ ਸੋ ਭਗਤ ਪਛਾਣੈ, ਹਰ ਲਏ ਖਜ਼ਾਨੇ ਪਾਈ। ਪਰਮਾਤਮਾ ਆਪਣੇ ਭਗਤ ਨੂੰ ਜਿਹੜਾ ਭਗਤੀ ਪਛਾਣਦਾ ਨਾ, ਆਪਣੇ ਨਾਲ ਜੋੜ ਲੈਂਦਾ, ਆਪਣੇ ਖਜ਼ਾਨੇ ਦੇ ਅੰਦਰ ਪਾ ਦਿੰਦਾ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰ ਨਾਮ ਗੁਰੂ ਗੋਬਿੰਦ ਸਿੰਘ। ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਗੁਲਾਮ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਅੱਜ ਸਾਨੂੰ ਸਮਝਾਉਂਦੇ ਨੇ, ਆਪਣੇ ਹਰ ਪ੍ਰਭ ਕੀ ਹਉ ਗੋਲੀ। ਮੈਂ ਆਪਣੇ ਪ੍ਰਮਾਤਮਾ ਦੀ, ਆਪਣੇ ਮਾਲਕ ਦੀ ਦਾਸੀ ਬਣ ਗਈਆਂ, ਗੋਲੀ ਬਣ ਗਈ। ਜਬ ਹਮ ਹਰ ਸੇਤੀ ਮਨ ਮਾਨਿਆ, ਕਰ ਦੀਨੋ ਜਗਤ ਸਭ ਗੋਲ ਅਮੋਲੀ। ਜਦੋਂ ਮੈਂ ਪਰਮਾਤਮਾ ਦੀ ਗੋਲੀ ਬਣ ਗਈ, ਪਰਮਾਤਮਾ ਦੀ ਦਾਸੀ ਬਣ ਗਈ, ਮੇਰਾ ਮਨ ਜਿਹੜਾ ਪਰਮਾਤਮਾ ਦੀ ਯਾਦ ਵਿੱਚ ਗਿੱਝ ਗਿਆ, ਪਰਮਾਤਮਾ ਦੇ ਨਾਲ ਜੁੜ ਗਿਆ, ਫਿਰ ਪਰਮਾਤਮਾ ਨੇ ਕਿਰਪਾ ਕੀਤੀ, ਸਾਰੇ ਸੰਸਾਰ ਨੂੰ ਮੇਰਾ ਬੇਮੁੱਲਾ ਦਾਸ ਬਣਾ ਦਿੱਤਾ, ਸੇਵਕ ਬਣਾ ਦਿੱਤਾ। ਸਾਧ ਸੰਗਤ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਮਨੁੱਖ ਚਾਹੁੰਦਾ ਮੇਰੇ ਸੇਵਕ ਹੋਣੇ ਚਾਹੀਦੇ ਨੇ, ਮੇਰੇ ਦਾਸ ਹੋਣੇ ਚਾਹੀਦੇ ਨੇ, ਮੇਰੇ ਥੱਲੇ ਕੰਮ ਕਰਨ ਵਾਲੇ, ਮੇਰੀ ਗੱਲ ਮੰਨਣ ਵਾਲੇ ਬੰਦੇ ਹੋਣੇ ਚਾਹੀਦੇ ਨੇ। ਇੰਜ ਕਹਦੇ ਮਾਂ, ਬੰਦਾ ਜਿਹੜਾ ਹੈ ਨਾ, ਉਹ ਦੂਜਿਆਂ ਨੂੰ ਹਰਾਉਣਾ ਚਾਹੁੰਦਾ ਹੈ, ਉਹ ਦੂਜਿਆਂ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। ਔਰ ਇਸ ਜਿੱਤ ਵਾਸਤੇ ਉਹ ਚਾਰ ਤਰੀਕੇ ਵਰਤਦਾ ਹੈ, ਸ਼ਾਮ, ਦਾਮ, ਦੰਡ ਤੇ ਭੇਦ, ਕਿ ਮੈਂ ਦੂਜਿਆਂ ਨੂੰ ਆਪਣਾ ਗੁਲਾਮ ਬਣਾ ਲਵਾਂ, ਦੂਜਿਆਂ ਨੂੰ ਆਪਣਾ ਸੇਵਕ ਬਣਾ ਲਵਾਂ, ਦੂਜਿਆਂ ਦੇ ਉੱਤੇ ਜਿੱਤ ਪ੍ਰਾਪਤ ਕਰ ਲਵਾਂ। ਪਰ ਜਿਹੜਾ ਪ੍ਰਮਾਤਮਾ ਦਾ ਸੇਵਕ ਹੁੰਦਾ ਹੈ ਨਾ, ਉਹ ਦੂਜਿਆਂ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਨਹੀਂ ਜੀ ਚਾਹੁੰਦਾ, ਉਹ ਦੂਜਿਆਂ ਨੂੰ ਨਹੀਂ ਹਰਾਉਣਾ ਚਾਹੁੰਦਾ, ਉਹ ਚਾਹੁੰਦਾ ਮੈਂ ਆਪਣੇ ਆਪ ਨੂੰ ਹਰਾ ਦੇਵਾਂ, ਮੈਂ ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਵਾਂ, ਮੈਂ ਆਪਣੇ ਮਨ ਨੂੰ ਆਪਣਾ ਗੁਲਾਮ ਬਣਾ ਲਵਾਂ। ਔਰ ਜਿਹੜਾ ਆਪਣੇ ਮਨ ਨੂੰ ਆਪਣਾ ਗੁਲਾਮ ਬਣਾ ਲੈਂਦਾ ਹੈ, ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਨਾ, ਸਮਝ ਲਓ ਉਸਨੇ ਸਾਰਾ ਸੰਸਾਰ ਜਿੱਤ ਲਿਆ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਬਚਨ ਆਖੇ, ਮਨ ਜੀਤੈ ਜਗ ਜੀਤ। ਜਿਸਨੇ ਮਨ ਨੂੰ ਜਿੱਤਿਆ, ਸਮਝ ਲਈਏ ਉਸਨੇ ਸਾਰੇ ਸੰਸਾਰ ਨੂੰ ਜਿੱਤ ਲਿਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਵਿੱਚ ਭੱਟ ਕਲਸਹਾਰ ਜੀ ਦਾ ਇੱਕ ਪਾਵਨ ਪਵਿੱਤਰ ਸਵਈਆ, ਉਹ ਕਹਿੰਦੇ ਨੇ ਕਿ ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਤੁਸੀਂ ਇਸ ਸੰਸਾਰ ਨੂੰ ਜਿੱਤ ਲਿਆ, ਜਗਤ ਨੂੰ ਜਿੱਤ ਲਿਆ, ਪਰ ਕਿਵੇਂ? ਆਪਣਾ ਮਨ ਪਰਿਪੂਰਨ ਪ੍ਰਮਾਤਮਾ ਦੇ ਨਾਲ ਜੋੜ ਕਰਕੇ। ਉਹਨਾਂ ਦਾ ਸਵਈਆ ਹੈ,
जग जीताओ सतगुर प्रमाण मन एक धियायो। हे गुरु रामदास पातशाह महाराज, तुसी गुरु अमरदास पातशाह महाराज वांग जगत नूं जित लिया, पर किवें? मन एक धियायो। परमात्मा दा नाम जप करके धन धन सतगुरु अमरदास जिन नाम दृढ़ायो। धन गुरु अमरदास पातशाह महाराज धन ने जिन्हां ने थानू नाम दृढ़ करा दिता। नवनिध नाम निधान रिद सिद्ध ताकी दासी। सहज सरोवर मिलियो पुरख भेटियो अविनाशी। हे गुरु रामदास पातशाह महाराज, तुसी नाम दे खजाने नू प्राप्त कर लिया ते रिद्धियां सिद्धियां जेड़ियां ने वो तुहाडियां दासियां बन गईयां। तुसी उस परिपूर्ण परमात्मा दे नाल जुड़ गए हो। आदले भगत जित लग तरे सो गुर नाम दृढ़ायो। हे गुरु रामदास पातशाह महाराज, धन गुरु अमरदास पातशाह महाराज ने थानू ओ नाम दृढ़ करा दिता जिस नाम दी बरकत दे नाल मुढ़ तो भगत परमात्मा दे नाल जुड़दे आए ने। गुरु रामदास कलियो चरै तै हर प्रेम पदार्थ पायो। हे धन गुरु रामदास पातशाह महाराज, तुसी परमात्मा दे नाम दा प्यार दा उत्तम पदार्थ जेड़ा वो प्राप्त कर लिया। धन गुरु रामदास महाराज कहंदे, जब हम हर सेती मन मानिया, जदों मन परमात्मा दे नाल गिझ जाए ना, कर दीनो जगत सब गोल अमोली। गोल दा अर्थ होएगा गोला, गुलाम, सेवक, दास। परमात्मा ने फिर सारे संसार नू मेरा दास बना दिता, बेमुल्ला दास। साध संगत मन परमात्मा दे नाल जोड़िए, मन नू परमात्मा दी याद विच टिकाइए। शब्द दी शुरुआत हुंदी है, पहला पदा हर दयाल दया प्रभ कीनी, मेरा मन तन मुख हर बोली। दयावान परमात्मा ने दया कीती ते दया करके की होया? मेरा मन तन कहंदे मुख हर बोली। मन दे तन्ने नन्ने नू सिहारी, तन दे नन्ने नू सिहारी, मुख दे खखे नू सिहारी। भाव के मन विच, तन विच ते मुख विच परमात्मा ने अपनी बाणी सिफत सलाह दी जिहड़ी बाणी है ना वो रख दिती। हुण मन विच भी बाणी है ते मुख विच भी बाणी है। मुख दे नाल परमात्मा दा नाम जपदा है ते उस नाम नू जप करके अपने हिरदे दे अंदर अपने मन विच उस नाम नू टिका लैंदा है। साध संगत ये जिहड़ी अवस्था है ना, ये ब्रह्म ज्ञानी वाली अवस्था है। जदों मुख दे नाल सदा स्थिर रहन वाले परमात्मा दा सिमरन करदा है, नाम जपदा है, ते फिर उस नाम नू जप जप के अपने हिरदे दे अंदर टिका लैंदा है। इन्हां गुणा करके बंदा जेड़ा ब्रह्म दे अंदर लीन हुंदा है। धन गुरु अर्जन देव पातशाह महाराज ने इस अवस्था दा जिक्र जेड़ा सुखमनी साहिब दे अंदर कीता। पातशाह दा बचन आप जी नू चेते होवेगा। सतगुरु आखदे ने, मन साचा मुख साचा सोए, अवर ना पेखै एकस बिन कोए, नानक ए लक्षण ब्रह्म ज्ञानी होए। अपने मन विच सदा स्थिर रहन वाले परमात्मा नू ध्याउंदा है, मुख दे नाल नाम जपदा है, मन विच टिकाउंदा है ते एक परमात्मा तो बगैर किसी दे होर दूजे दे नाल नहीं जे जुड़दा। नानक ए लक्षण ब्रह्म ज्ञानी होए। इन्हां गुणा करके बंदा जेड़ा ना वो परमात्मा दे अंदर लीन हो जांदा है, ब्रह्म दे अंदर लीन हो जांदा है। साध संगत पर इस दे विपरीत, इस दे उल्ट, जदों बंदा मूँह दे नाल तां नाम जरूर जपदा है पर मन विच कपट रखदा है, मन विच फरेब रखदा है, इसदा मन पाप करदा है, तां फिर परमात्मा दे दर ते परवान नहीं जे हुंदा। फिर भावें मूँह दे नाल ये किन्ना भी नाम जपे, मूँह दे नाल किन्नी भी सिफत करे, वो सिफत जेड़ी है वो परमात्मा दी जेड़ी वडियाई है ना, वो केवल ते केवल विखावे वास्ते रह जांदी है, वो लोकां नूं ठगण वास्ते रह जांदी है।
ਸਤਿਗੁਰੂ ਪਾਤਸ਼ਾਹ ਕਹਿੰਦੇ ਭਾਵੇਂ ਕੋਈ ਪਰਮਾਤਮਾ ਦਾ ਨਾਮ ਜਪੇ ਰਾਗਾਂ ਦੇ ਰਾਹੀਂ, ਕੋਈ ਧਾਰਮਿਕ ਪੁਸਤਕਾਂ ਪੜ੍ਹ ਕੇ ਉਹਨਾਂ ਦੇ ਵਿਚਾਰ ਕਰਕੇ, ਉਹਨਾਂ ਦਾ ਪਾਠ ਕਰਕੇ ਨਾਮ ਜਪੇ, ਪਰਮਾਤਮਾ ਦੀ ਪੂਜਾ ਕਰੇ, ਭਾਵੇਂ ਕੋਈ ਸ਼ੰਖ ਵਜਾ ਕਰਕੇ ਪਰਮਾਤਮਾ ਨੂੰ ਯਾਦ ਕਰੇ, ਪਰ ਖਿਆਲ ਕਰਿਓ ਜਿਨ੍ਹਾਂ ਦੇ ਮਨ ਵਿੱਚ ਕਪਟ ਹੈ, ਜਿਨ੍ਹਾਂ ਦੇ ਮਨ ਵਿੱਚ ਫਰੇਬ ਹੈ, ਪਾਪ ਹੈ, ਉਹਨਾਂ ਦਾ ਇਹ ਜਪਿਆ ਹੋਇਆ ਨਾਮ ਕਿਸੇ ਕੰਮ ਦਾ ਨਹੀਂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਛੰਤ ਆਸਾ ਕੀ ਵਾਰ ਦੇ ਨਾਲ ਅਸੀਂ ਪੜ੍ਹਦੇ ਸੁਣਦੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਬਹਾਂਤ ਕਰ, ਨਹੀਂ ਹਰ ਹਰ ਭੀਜੈ RAM ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਕਹਿੰਦੇ ਕੋਈ ਰਾਗਾਂ ਦੇ ਰਾਹੀਂ ਗਾਏ, ਕੋਈ ਬੇਦਾਂ ਦੇ ਨਾਲ ਗਾਏ, ਭਾਵੇਂ ਕੋਈ ਸ਼ੰਖ ਵਜਾ ਕਰਕੇ ਆਦ ਦੇ ਨਾਲ ਪਰਮਾਤਮਾ ਦਾ ਨਾਮ ਜਪੇ, ਪਰ ਪਰਮਾਤਮਾ ਇਸ ਤਰ੍ਹਾਂ ਖੁਸ਼ ਨਹੀਂ ਜੇ ਹੁੰਦਾ, ਕਿਉਂਕਿ ਖੁਸ਼ ਹੁੰਦਾ ਜਦੋਂ ਅਸੀਂ ਮਨ ਦੇ ਅੰਦਰ ਨਾਮ ਟਿਕਾਈਏ ਤੇ ਮੁਖ ਦੇ ਨਾਲ ਜਪੀਏ। ਗੁਰੂ ਪਿਆਰਿਓ, ਇੱਕ ਵਾਰੀ ਸਿੱਖਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਸਵਾਲ ਕੀਤਾ, ਸੱਚੇ ਪਾਤਸ਼ਾਹ ਤੁਸੀਂ ਸਭ ਤੋਂ ਵੱਧ ਪਿਆਰ ਕਿਹੜੇ ਸਿੱਖ ਨੂੰ ਕਰਦੇ ਹੋ? ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮੈਂ ਸਭ ਤੋਂ ਜ਼ਿਆਦਾ ਪਿਆਰ ਉਸ ਸਿੱਖ ਨੂੰ ਕਰਦਾ ਹਾਂ ਜਿਹੜਾ ਮੂੰਹ ਦੇ ਨਾਲ ਨਾਮ ਜਪਦਾ ਹੈ ਤੇ ਮਨ ਵਿੱਚ ਇਸ ਨਾਮ ਨੂੰ ਟਿਕਾਉਂਦਾ ਹੈ, ਜਿਹੜਾ ਹੱਥੀਂ ਸੇਵਾ ਕਰਦਾ ਹੈ, ਹੱਥੀਂ ਸੇਵਾ ਕਰਕੇ ਆਪਣੀ ਕਰਨੀ ਜਿਹੜੀ ਹੈ ਉਸ ਨੂੰ ਉੱਚੀ ਕਰ ਲੈਂਦਾ ਹੈ, ਕਰਨੀ ਕਰਕੇ ਬੜਾ ਉੱਚਾ ਬਣਦਾ ਹੈ, ਪਰ ਮਨ ਕਰਕੇ ਅਤ ਦਾ ਨੀਵਾਂ ਹੋ ਜਾਂਦਾ ਹੈ। ਕਹਿੰਦੇ ਮੈਂ ਉਸ ਸਿੱਖ ਦੇ ਅੰਗ ਸੰਗ ਵਸਦਾ। ਉਹਨਾਂ ਬਚਨ ਕੀਤੇ, ਮੁਖ ਤੇ ਕੈ ਮਨ ਤੇ ਸਦਾ ਲਿਵ ਨਾਮ ਲਗਾਵੇ, ਹਾਥਨ ਤੇ ਕਰ ਟਹਿਲ ਕੋ ਸਿੱਖ ਸੰਤ ਰਿਝਾਣੈ, ਸੋ ਮੋ ਅਧਿਕ ਪਿਆਰ ਹੈ ਬਸ ਰਹੋ ਸਦੀਵਾ, ਕਰਨੀ ਉੱਚੀ ਨਿਤ ਕਰੈ ਰਾਖੈ ਮਨ ਨੀਵਾ। ਉਹਨਾਂ ਦੀ ਕਰਨੀ ਬੜੀ ਉੱਚੀ ਹੁੰਦੀ ਹੈ, ਪਰ ਕਰਨੀ ਉੱਚੀ ਕਰਕੇ ਉਹ ਆਪਣੇ ਮਨ ਨੂੰ ਨੀਵਾ ਰੱਖਦੇ ਨੇ। ਪਰ ਸਾਧ ਸੰਗਤ ਬਹੁਤਾਤ ਵਿੱਚ ਕੀ ਹੁੰਦਾ ਹੈ, ਕਰਨੀ ਸਾਡੀ ਅਤ ਦੀ ਨੀਵੀਂ ਤੇ ਸਾਡਾ ਮਨ ਉੱਚਾ, ਮਨ ਵਿੱਚ ਅਹੰਕਾਰ, ਕਥਨੀ ਕਰਕੇ ਅਸੀਂ ਬੜੇ ਉੱਚੇ ਬਣ ਜਾਂਦੇ ਹਾਂ, ਪਰ ਕਰਨੀ ਕਰਕੇ ਅਤ ਦੇ ਨੀਵੇਂ ਰਹਿੰਦੇ ਹਾਂ। ਕਥਨੀ ਕਹਿ ਕੇ ਅਸੀਂ ਲੋਕਾਂ ਨੂੰ ਆਪਣੇ ਵੱਲ ਪ੍ਰੇਰਿਤ ਕਰ ਲੈਂਦੇ ਹਾਂ, ਬੜੇ ਧਾਰਮਿਕ, ਬੜੇ ਸੁਚੱਜੀਆਂ ਗੱਲਾਂ ਅਸੀਂ ਕਰਦੇ ਹਾਂ, ਪਰ ਕਰਨੀ ਜਿਹੜੀ ਹੈ ਨਾ ਉਹ ਸਾਡੀ ਅਤ ਦੀ ਨੀਵੀਂ ਬਣੀ ਰਹਿੰਦੀ ਹੈ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਜਦੋਂ ਵੇਖਿਆ ਨਾ ਕਿ ਕਥਨੀ ਤਾਂ ਬੜੀ ਚੰਗੀ ਹੈ, ਬੜੀ ਉੱਚੀ ਹੈ, ਗੱਲਾਂ ਕਰਕੇ ਬੜਾ ਧਾਰਮਿਕ ਹੈ, ਪਰ ਅੰਦਰ ਆਚਰਣ ਜਿਹੜਾ ਨਾ, ਕਰਨੀ ਜਿਹੜੀ ਹੈ ਉਹ ਬੜੀ ਨੀਵੀਂ ਹੈ, ਤਾਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਕਹਿ ਦਿੱਤਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸ਼ੁੱਧਾਂ ਕਾਲੀਆਂ ਬਾਹਰ ਚਿਟਵੀਆਂ, ਰੀਸਾਂ ਕਰੈ ਤਿਨਹਾੜੀਆਂ ਜੋ ਸੇਵੈ ਦਰ ਖੜੀਆਂ, ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ, ਹੁੰਦੈ ਤਾਣ ਨਿਤਾਣੀਆਂ ਰਹਿ ਨਿਮਾਣਨੀਆਂ, ਨਾਨਕ ਜਨਮ ਸਕਾਰਥਾ ਜੇ ਤਿਨ ਕੈ ਸੰਗ ਮਿਲਾ। ਪਾਤਸ਼ਾਹ ਕਹਿੰਦੇ ਨੇ ਕਰਨੀ ਕਰਕੇ ਅਤ ਦਾ ਨੀਵਾਂ ਤੇ ਗੱਲਾਂ ਕਰਕੇ ਬੜਾ ਉੱਚਾ। ਬੰਦੇ ਨੂੰ ਚਾਹੀਦਾ ਹੈ ਇਹ ਨਾ ਮਨ ਵਿੱਚ ਨਾਮ ਟਿਕਾਵੇ, ਕਰਨੀ ਕਰਕੇ ਉੱਚਾ ਬਣੇ ਤੇ ਗੱਲਾਂ ਕਰਕੇ ਮਜ਼ਬੂਤ ਹੋਵੇ, ਪੱਕਾ ਹੋਵੇ, ਬਚਨ ਦਾ ਸੂਰਮਾ ਹੋਵੇ। ਜਿਵੇਂ ਬਾਬਾ ਸ਼ੇਖ ਫਰੀਦ ਜੀ ਨੇ ਆਖਿਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਜਿਨ੍ਹਾਂ ਦੇ ਅੰਦਰ ਦਿਲੋਂ ਪਰਮਾਤਮਾ ਦੀ ਮੁਹੱਬਤ ਹੈ ਉਹੀ ਸੱਚੇ ਆਸ਼ਿਕ ਨੇ, ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਕੁਝ ਹੈ ਤੇ ਮੁਖ ਦੇ ਨਾਲ ਹੋਰ ਕੁਝ ਆਖਦੇ ਨੇ, ਕਹਿੰਦੇ ਉਹ ਕੱਚੇ ਆਸ਼ਿਕ ਨੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜ਼ਫਰਨਾਮੇ ਦੇ ਅੰਦਰ ਇਸ ਬਾਬਤ ਸ਼ੇਰ ਆਖ ਦਿੱਤਾ। ਉਹ ਕਹਿੰਦੇ, ਹਮੋ ਮਰਦ ਬਾਇਦ, ਕਹਿੰਦੇ ਸ਼ਬਦ ਸੁਖ ਨਵਰ। ਬੰਦੇ ਨੂੰ ਚਾਹੀਦਾ ਹੈ ਕਿ ਆਪਣੇ ਬਚਨਾਂ ਦਾ ਪੂਰਾ ਹੋਵੇ, ਆਪਣੇ ਬਚਨਾਂ ਦਾ ਸੂਰਮਾ ਬਣੇ। ਹਮੋ ਮਰਦ ਬਾਇਦ ਸ਼ਬਦ ਸੁਖਨ ਵਰ,
ਸੁਖਨ ਕਹਿੰਦੇ ਨੇ ਗਲਬਾਤ, ਕਲਾਮ ਜਾਂ ਆਪਣਾ ਕੀਤਾ ਹੋਇਆ ਬਚਨ। ਜਦੋਂ ਵਰ ਨਾਲ ਲੱਗਿਆ ਤੇ ਬਚਨ ਕਰਨ ਵਾਲਾ, ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਦਾਨਸ਼ਵਰ। ਦਾਨਸ਼ ਦਾ ਜਿਹੜਾ ਅਰਥ ਹੁੰਦਾ ਉਹ ਹੁੰਦਾ ਸਿਆਣਪ, ਸੂਝ-ਬੂਝ, ਗਿਆਨ। ਤੇ ਜਿਹੜਾ ਗਿਆਨ ਰੱਖਣ ਵਾਲਾ ਹੈ ਉਸ ਨੂੰ ਕਹਿੰਦੇ ਨੇ ਦਾਨਸ਼ਵਰ। ਇਵੇਂ ਹੀ ਸ਼ਬਦ ਹੈ ਹਮਲਾਵਰ, ਹਮਲਾ ਹੱਲਾ ਬੋਲਣਾ, ਚੜਾਈ। ਪਰ ਜਦੋਂ ਵਰ ਨਾਲ ਲੱਗੇ ਆ ਤੇ ਬਣ ਗਿਆ ਹਮਲਾਵਰ, ਹਮਲਾ ਕਰਨ ਵਾਲਾ। ਇਵੇਂ ਹੀ ਸ਼ਬਦ ਹੈ ਤਾਕਤਵਰ, ਤਾਕਤ ਬਲ ਤਾਣ। ਪਰ ਜਿਹਦੇ ਕੋਲ ਤਾਕਤ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਤਾਕਤਵਰ। ਇਵੇਂ ਹੀ ਸ਼ਬਦ ਹੈ ਸੁਖਨਵਰ। ਸੁਖਨ ਮੀਨਸ ਗੱਲਬਾਤ, ਬਚਨ, ਕਲਾਮ। ਤੇ ਜਿਹੜਾ ਕਲਾਮ ਕਰਨ ਵਾਲਾ ਹੈ, ਬਚਨ ਕਰਨ ਵਾਲਾ ਹੈ, ਬਚਨ ਦਾ ਸੂਰਮਾ ਹੈ, ਉਸ ਨੂੰ ਕਹਿੰਦੇ ਨੇ ਸੁਖਨਵਰ। ਹਮੂ ਬਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ ਦਰ ਦਾਹਨੇ ਦਿਗਰ। ਕਹਿਣ ਲੱਗੇ ਜਿਹੜਾ ਮਰਦ ਆਪਣੇ ਬਚਨਾਂ ਦਾ ਸੂਰਮਾ ਹੁੰਦਾ ਨਾ, ਉਸ ਦੇ ਪੇਟ ਵਿੱਚ, ਮਨ ਵਿੱਚ ਵੀ ਉਹੀ ਗੱਲ ਹੁੰਦੀ ਹੈ ਜਿਹੜੀ ਉਹ ਮੁਖ ਦੇ ਨਾਲ ਆਖਦਾ ਹੈ। ਪਰ ਇਹ ਗਲਤ ਹੈ ਕਿ ਮਨ ਵਿੱਚ ਹੋਰ ਕੁਝ ਹੈ, ਮਨ ਵਿੱਚ ਕਪਟ ਹੈ ਤੇ ਮੁਖ ਦੇ ਨਾਲ ਬੜੇ ਮਿੱਠੇ ਬਚਨ ਕਰਦਾ ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ਨਾ, ਫਿਰ ਮਨ ਵਿੱਚ, ਤਨ ਵਿੱਚ ਤੇ ਮੁਖ ਵਿੱਚ ਪਰਮਾਤਮਾ ਦਾ ਨਾਮ ਟਿਕ ਜਾਂਦਾ ਹੈ। ਹਰ ਦਇਆਲ ਦਇਆ ਪ੍ਰਭ ਕੀਨੀ, ਮੇਰੇ ਮਨ ਤਨ ਮੁਖ ਹਰ ਬੋਲੀ। ਗੁਰਮੁਖ ਰੰਗ ਭਇਆ ਅਤ ਗੂੜਾ, ਹਰ ਰੰਗ ਭੀਨੀ ਮੇਰੀ ਚੋਲੀ। ਪਰਮਾਤਮਾ ਨੇ ਕਿਰਪਾ ਕੀਤੀ। ਜਦੋਂ ਅਸੀਂ ਪਰਮਾਤਮਾ ਦੇ ਗੁਲਾਮ ਬਣੇ, ਪਰਮਾਤਮਾ ਦੇ ਸੇਵਕ ਬਣੇ, ਤਾਂ ਪਰਮਾਤਮਾ ਨੇ ਕਿਰਪਾ ਕਰਕੇ ਗੁਰਮੁਖ ਦੀ ਸ਼ਰਨ ਵਿੱਚ, ਗੁਰੂ ਦੀ ਸ਼ਰਨ ਵਿੱਚ ਭੇਜ ਦਿੱਤਾ। ਤੇ ਗੁਰੂ ਦੀ ਸ਼ਰਨ ਵਿੱਚ ਆ ਕਰਕੇ ਮੈਂ ਨਾਮ ਦੇ ਰੰਗ ਵਿੱਚ ਰੰਗੀ ਗਈ, ਜਿਸ ਦੇ ਨਾਲ ਮੇਰੇ ਹਿਰਦੇ ਰੂਪੀ ਚੋਲੀ, ਮੇਰਾ ਹਿਰਦਾ ਜਿਹੜਾ ਹੈ ਪਰਮਾਤਮਾ ਦੇ ਨਾਮ ਰੰਗ ਵਿੱਚ ਭਿੱਜ ਗਿਆ। ਸਾਧ ਸੰਗਤ, ਜਦੋਂ ਇੱਕ ਵਾਰੀ ਨਾਮ ਬੰਦੇ ਨੂੰ ਚੜ ਜਾਏ ਨਾ, ਫਿਰ ਇਹ ਰੰਗ ਜਿਹੜਾ ਨਾ ਉਤਰਦਾ ਨਹੀਂ। ਜਦੋਂ ਬੰਦਾ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਏ, ਫਿਰ ਕੋਈ ਤਾਕਤ ਨਹੀਂ, ਕੋਈ ਦੁੱਖ ਨਹੀਂ, ਕੋਈ ਵਿਪਤਾ ਨਹੀਂ, ਕਿਸੇ ਦੀ ਕੋਈ ਸ਼ਕਤੀ, ਕਿਸੇ ਦਾ ਕੋਈ ਕਸ਼ਟ, ਤਸੀਹਾ ਜਿਹੜਾ ਹੈ ਉਹ ਬੰਦੇ ਦੇ ਨਾਮ ਰੰਗ ਨੂੰ ਉਤਾਰ ਨਹੀਂ ਦੇ ਸਕਦਾ। ਮੈਂ ਬੇਨਤੀ ਕਰਾਂ, ਹਰਨਾਖਸ ਨੇ ਸੋਚਿਆ ਕਿ ਮੈਂ ਪ੍ਰਹਿਲਾਦ ਦਾ ਰੰਗ ਉਤਾਰ ਦੇਵਾਂ, ਪਰ ਗੁਰੂ ਪਿਆਰਿਓ ਉਹ ਰੰਗ ਉਤਰਿਆ ਨਹੀਂ, ਬਲਕਿ ਭਗਤ ਪ੍ਰਹਿਲਾਦ ਨੇ ਆਖ ਦਿੱਤਾ, ਨਹੀਂ ਛੋਡੂ ਰੇ ਬਾਬਾ ਰਾਮ ਨਾਮ। ਜਹਾਂਗੀਰ ਨੇ ਸੋਚਿਆ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਨਾਮ ਰੰਗ ਨੂੰ ਉਤਾਰ ਦੇਵਾਂ, ਤੱਤੀ ਤਵੀ ਤੇ ਬਿਠਾ ਦਿੱਤੇ। ਹੋਰ ਅਨੇਕ ਤਸੀਹੇ ਜਿਹੜੇ ਨੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਦਿੱਤੇ ਗਏ, ਪਰ ਗੁਰੂ ਪਿਆਰਿਓ ਇਹ ਨਾਮ ਦਾ ਰੰਗ ਜਿਹੜਾ ਇਹ ਨਹੀਂ ਜੇ ਉਤਰਿਆ। ਸਰੀਰ ਛਾਲੇ ਛਾਲੇ ਹੋ ਗਿਆ, ਪਰ ਨਾਮ ਦਾ ਰੰਗ ਨਹੀਂ ਜੇ ਉਤਰ ਸਕਿਆ। ਔਰੰਗਜ਼ੇਬ ਨੇ ਸੋਚਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਰੰਗ ਨੂੰ ਉਤਾਰ ਦੇਵਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ, ਮੇਰੇ ਰੰਗ ਨੂੰ ਤਾਂ ਬਾਅਦ ਵਿੱਚ ਉਤਾਰੀ, ਜੇ ਪਹਿਲਾਂ ਮੇਰੇ ਸਿੱਖਾਂ ਦੇ ਰੰਗ ਨੂੰ ਉਤਾਰ ਲਈ ਤਾਂ ਮੈਂ ਦੇਖਾਂ। ਸਿੱਖਾਂ ਦਾ ਰੰਗ ਵੀ ਨਹੀਂ ਜੇ ਉਤਰ ਸਕਿਆ। ਔਰੰਗਜ਼ੇਬ ਨੇ ਸੋਚਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਨਾਮ ਰੰਗ ਨੂੰ ਉਤਾਰ ਦੇਵਾਂ, ਪਰ ਖਿਆਲ ਕਰਿਓ ਦੁਨੀਆ ਦੀ ਨਜ਼ਰ ਵਿੱਚ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤੋਂ ਖੋਲਿਆ। ਅਨੰਦਪੁਰ ਸਾਹਿਬ ਦਾ ਕਿਲਾ ਖੋਲਿਆ, ਪਰਿਵਾਰ ਸ਼ਹੀਦ ਕਰਾ ਦਿੱਤਾ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਨਾਮ ਦਾ ਰੰਗ ਸੀ ਨਾ, ਉਸ ਨੂੰ ਨਹੀਂ ਜੇ ਉਤਾਰ ਸਕਿਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਲਿਖ ਵੀ ਦਿੱਤਾ, ਔਰੰਗਜ਼ੇਬ ਕੀ ਹੋਇਆ, ਤੂੰ ਦੁਨੀਆ ਦੀ ਨਜ਼ਰ ਵਿੱਚ ਮੇਰੇ ਕੋਲ ਕੁਝ ਨਹੀਂ ਜੇ ਰਹਿਣ ਦਿੱਤਾ। ਨਾ ਮੇਰੇ ਕੋਲ ਅਨੰਦਪੁਰ ਸਾਹਿਬ ਦਾ ਕਿਲਾ, ਨਾ ਮੇਰੇ ਕੋਲ ਮੇਰਾ ਪਰਿਵਾਰ, ਨਾ ਮੇਰੇ ਕੋਲ ਮੇਰੀ ਫੌਜ, ਨਾ ਕੋਈ ਜਾਇਦਾਦ, ਨਾ ਕੋਈ ਦੌਲਤ, ਪਰ ਇਸ ਨਾਮ ਦੇ ਰੰਗ ਦੀ ਜਿਹੜੀ ਮਸਤੀ ਹੈ ਨਾ, ਉਸ ਨੂੰ ਤੂੰ ਕਦੇ ਵੀ ਨਹੀਂ ਜੇ ਉਤਾਰ ਸਕਦਾ। ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜ਼ੋ, ਨਾ ਫਰਸ਼, ਖੁਦਾਵੰਤ ਬਖਸ਼ੰਦੇ ਐਸ਼ ਅਰਸ਼। ਜਿਸ ਨੂੰ ਪਰਮਾਤਮਾ ਨੇ ਇਹ ਐਸ਼ ਵਰਸ਼ ਦਿੱਤੀ, ਆਨੰਦ ਦੇ ਦਿੱਤਾ ਕਿਰਪਾ ਕਰਕੇ, ਗੁਰੂ ਪਿਆਰਿਓ ਉਸ ਦੇ ਰੰਗ ਨੂੰ ਕੋਈ ਨਹੀਂ ਜੇ ਉਤਾਰ ਸਕਦਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ, ਗੁਰਮੁਖ ਰੰਗ ਭਇਆ ਅਤ ਗੂੜਾ,
ਹਰ ਰੰਗ ਭੀਨੀ ਮੇਰੀ ਚੋਲੀ। ਮੇਰਾ ਨਾਮ ਰੰਗ ਜਿਹੜਾ ਹੈ ਨਾ ਹਿਰਦਾ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਗਿਆ। ਔਰ ਜਦੋਂ ਰੰਗਿਆ ਜਾਂਦਾ ਹੈ ਨਾ ਫਿਰ ਚਿਹਰੇ ਦੇ ਉੱਤੇ ਲਾਲੀ ਆ ਜਾਂਦੀ ਹੈ। ਫਿਰ ਦੂਜੇ ਪੁੱਛਦੇ ਨੇ ਕਵਨ ਬਣੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਤੁਮ ਹੀ ਸੁੰਦਰ ਤੁਮਹਿ ਸੁਹਾਗ, ਤੁਮ ਘਰ ਲਾਲਨ ਤੁਮ ਘਰ ਭਾਗ। ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ, ਤੂੰ ਹੀ ਸੁਰਗਿਆਨ। ਇਹ ਰੰਗ ਕਿੱਥੋਂ ਚੜ ਗਿਆ? ਫਿਰ ਜਿਹਦੇ ਉੱਤੇ ਰੰਗ ਚੜਦਾ ਹੈ ਨਾ ਉਹ ਜਵਾਬ ਦਿੰਦੇ ਕਹਿੰਦੀ ਹੈ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ। ਪਰਮਾਤਮਾ ਨੇ ਆਪਣੀ ਮਿਹਰ ਕਰਕੇ ਇਹ ਰੰਗ ਚਾੜ ਦਿੱਤਾ। ਕਹੋ ਨਾਨਕ ਸ਼ੁਭ ਦ੍ਰਿਸ਼ਟ ਨਿਹਾਲ। ਪਰਮਾਤਮਾ ਨੇ ਕਿਰਪਾ ਕੀਤੀ ਤਾਂ ਇਹ ਰੰਗ ਜਿਹੜਾ ਮੈਨੂੰ ਚੜਿਆ ਹੈ। ਸੁਨਰੀ ਸਖੀ ਇਹ ਹਮਰੀ ਕਾਲ, ਇਹ ਮੇਰੀ ਮਿਹਨਤ ਨਹੀਂ। ਮਿਹਨਤ ਦੇ ਨਾਲ ਬੰਦਾ ਰੰਗ ਦੇ ਅੰਦਰ ਨਹੀਂ ਜੇ ਰੰਗਿਆ ਜਾਂਦਾ। ਜਦੋਂ ਪਰਮਾਤਮਾ ਮਿਹਰ ਕਰੇ ਤਾਂ ਬੰਦਾ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੇ ਆਪੇ ਹੀ ਰਾਵੇ। ਆਪਣੀ ਮਿਹਨਤ ਨਹੀਂ, ਪਰਮਾਤਮਾ ਦੀ ਮਿਹਰ ਹੈ। ਇਸ ਕਰਕੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਮੇਰੀ ਸਿਆਣਪ ਕੰਮ ਨਹੀਂ ਜੇ ਆ ਸਕਦੀ, ਤੂੰ ਮਿਹਰ ਕਰੇਗਾ ਤਾਂ ਹੀ ਮੈਂ ਨਾਮ ਰੰਗ ਦੇ ਅੰਦਰ ਰੰਗਿਆ ਜਾ ਸਕਦਾ ਹਾਂ। ਅਗਲਾ ਪਦਾ ਕਰੋ ਵਿਵੇਕ ਸੰਤ ਜਨ ਭਾਈ, ਖੋਜ ਹਿਰਦੈ ਦੇਖ ਢੰਡੋਲੀ। हे ਭਾਈ ਆਪਣੇ ਹਿਰਦੇ ਦੇ ਅੰਦਰ ਪਰਖ ਕਰਕੇ ਵੇਖੋ, ਖੋਜ ਕਰਕੇ ਵੇਖੋ, ਵਿਚਾਰ ਕਰੋ। ਕੀ ਵਿਚਾਰ ਕਰੀਏ? ਹਰ ਹਰ ਰੂਪ ਸਭ ਜੋਤ ਸਬਾਈ, ਹਰ ਨਿਕਟ ਵਸੈ ਹਰ ਕੋਲੀ। ਪਰਮਾਤਮਾ ਸਾਰੇ ਜਗਤ ਵਿੱਚ ਵਸਦਾ ਹੈ। ਇਹ ਜਿਹੜਾ ਜਗਤ ਹੈ ਨਾ ਇਹ ਪਰਮਾਤਮਾ ਦਾ ਰੂਪ ਹੈ। ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਹੈ ਤੇ ਹਰ ਜੀਵ ਕੋਲ ਪਰਮਾਤਮਾ ਨੇੜੇ ਹੈ। ਹਰ ਜੀਵ ਦੇ ਕੋਲ ਹੈ, ਕਿਤੇ ਦੂਰ ਨਹੀਂ ਜੇ। ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤੇ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਪਰਮਾਤਮਾ ਦੀ ਜੋਤ ਸਾਰਿਆਂ ਦੇ ਅੰਦਰ ਹੈ ਤੇ ਉਸ ਜੋਤ ਦੇ ਨਾਲ ਹੀ ਸਾਰਿਆਂ ਦੇ ਅੰਦਰ ਚਾਨਣ ਭਾਵ ਕਿ ਸਾਰਿਆਂ ਦੇ ਅੰਦਰ ਸੂਝ-ਬੂਝ ਪੈਦਾ ਹੁੰਦੀ ਪਈ ਹੈ। ਪਰ ਇਹ ਦ੍ਰਿੜਤਾ ਕਦੋਂ ਆਉਂਦੀ ਹੈ? ਗੁਰਸਾਖੀ ਜੋਤ ਪ੍ਰਗਟ ਹੋਏ। ਕਹਿੰਦੇ ਗੁਰੂ ਦੀ ਸਿੱਖਿਆ ਦੇ ਨਾਲ ਇਹ ਵਿਸ਼ਵਾਸ ਆਉਂਦਾ ਹੈ, ਇਹ ਦ੍ਰਿੜਤਾ ਆਉਂਦੀ ਹੈ ਕਿ ਪਰਮਾਤਮਾ ਸਾਰਿਆਂ ਦੇ ਅੰਦਰ ਵਸਦਾ ਪਿਆ ਹੈ। ਤੇ ਜਦੋਂ ਵਿਸ਼ਵਾਸ ਬਣ ਜਾਂਦਾ ਹੈ ਨਾ ਫਿਰ ਉਹ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਜੇ ਕਰਦਾ, ਕਿਸੇ ਨੂੰ ਉੱਚਾ ਜਾਂ ਕਿਸੇ ਨੂੰ ਨੀਵਾਂ ਨਹੀਂ ਜੇ ਸਮਝਦਾ। ਉਹ ਬਗੈਰ ਵਿਤਕਰੇ ਤੋਂ ਸਾਰਿਆਂ ਦੀ ਸੇਵਾ ਕਰਦਾ ਹੈ। ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖ ਨੂੰ ਵਾਰ-ਵਾਰ ਇਹ ਦ੍ਰਿੜ ਕਰਵਾਇਆ ਹੈ, ਇਹ ਵਿਸ਼ਵਾਸ ਦਿਵਾਇਆ ਹੈ ਕਿ ਭਾਈ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਹੈ। ਪਰਮਾਤਮਾ ਸਾਰੇ ਸੰਸਾਰ ਦੇ ਅੰਦਰ ਵਸਦਾ ਪਿਆ ਹੈ। ਇਸ ਕਰਕੇ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਜੇ ਕਰਨਾ, ਸਾਰਿਆਂ ਦੀ ਸੇਵਾ ਕਰਨੀ ਹੈ। ਮੈਂ ਬੇਨਤੀ ਕਰਾਂ ਅੱਜ ਪੰਜਾਬ ਵਿੱਚ ਹਰਿਆਣੇ ਵਿੱਚ ਹੜ੍ਹ ਆਏ ਨੇ, ਕੋਈ ਸੇਵਾ ਵਾਸਤੇ ਅੱਗੇ ਨਹੀਂ ਜੇ ਤੁਰਿਆ। ਜਿਹੜੇ ਧਰਮ ਦੇ ਨਾਮ ਦੇ ਉੱਤੇ ਚਮਤਕਾਰ ਵਿਖਾ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਦੇ ਸਨ, ਕਿੱਥੇ ਨੇ ਉਹ? ਜਿਹੜੇ ਧਰਮ ਦੇ ਨਾਮ ਦੇ ਉੱਤੇ ਲੋਕਾਂ ਨੂੰ ਲੜਾਉਂਦੇ ਸਨ, ਕਿੱਥੇ ਨੇ? ਕੋਈ ਨਹੀਂ ਜੇ ਦਿਖਾਈ ਦੇ ਰਿਹਾ। ਪਰ ਗੁਰੂ ਕੇ ਸਿੱਖ ਸਭ ਤੋਂ ਅੱਗੇ ਨੇ ਸੇਵਾ ਵਿੱਚ, ਔਰ ਇਹ ਸੇਵਾ ਕਿਸੇ ਵਿਤਕਰੇ ਦੇ ਨਾਲ ਨਹੀਂ, ਬਗੈਰ ਵਿਤਕਰੇ ਤੋਂ ਗੁਰੂ ਕੇ ਸਿੱਖ ਜਿਹੜੇ ਨੇ ਉਹਨਾਂ ਪੀੜਤਾਂ ਦੀ ਸੇਵਾ ਕਰਦੇ ਪਏ ਨੇ। ਸਾਨੂੰ ਵੀ ਚਾਹੀਦਾ ਹੈ ਅਸੀਂ ਵੀ ਆਪਣੀ ਨੇਕ ਨੀਅਤ ਦੀ ਕਮਾਈ ਵਿੱਚੋਂ ਜਿੰਨਾ ਹੋ ਸਕੇ, ਜਿੰਨੀ ਆਪਣੀ ਸਮਰੱਥਾ ਉਹਨਾਂ ਵਾਸਤੇ ਦਸਵੰਤ ਕੱਢੀਏ ਤਾਂ ਕਰਕੇ ਉਹਨਾਂ ਦੇ ਦੁੱਖ ਵਿੱਚ ਅਸੀਂ ਮਦਦ ਕਰ ਸਕੀਏ। ਅਗਲਾ ਪਦਾ ਹੈ ਹਰ ਹਰ ਨਿਕਟ ਵਸੈ ਸਭ ਜਗ ਕੈ, ਅਪਰੰਪਰ ਪੁਰਖ ਅਤੁੱਲੀ। ਪਰਮਾਤਮਾ ਜਿਹੜਾ ਹੈ ਸਾਰੇ ਜਗਤ ਦੇ ਨੇੜੇ ਵਸਦਾ ਹੈ। ਅਪਰੰਪਰ ਉਹ ਪਰੇ ਤੋਂ ਪਰੇ ਹੈ, ਪੁਰਖ ਸਰਵ ਵਿਆਪਕ ਹੈ, ਅਤੁੱਲੀ ਉਸ ਨੂੰ ਤੋਲਿਆ ਨਹੀਂ ਜੇ ਜਾ ਸਕਦਾ। ਦੁਨੀਆ ਦੀ ਹਰ ਇੱਕ ਚੀਜ਼ ਨੂੰ ਤੋਲਿਆ ਜਾ ਸਕਦਾ ਹੈ ਪਰ ਪਰਮਾਤਮਾ ਦਾ ਵਜ਼ਨ ਨਹੀਂ ਜੇ ਤੋਲਿਆ ਜਾ ਸਕਦਾ। ਪਰਮਾਤਮਾ ਦੇ ਗੁਣਾਂ ਨੂੰ ਨਹੀਂ ਜੇ ਤੋਲਿਆ ਜਾ ਸਕਦਾ। ਉਹ ਸਰਵ ਵਿਆਪਕ ਹੈ, ਉਹ ਪਰੇ ਤੋਂ ਪਰੇ ਹੈ, ਉਹ ਸਾਰੇ ਜਗਤ ਦੇ ਨਿਕਟ ਵਸਦਾ ਹੈ, ਨੇੜੇ ਵਸਦਾ ਹੈ।
पर प्रगट किवें हुंदा है? धन गुरु रामदास पातशाह महाराज कहंदे, हर हर प्रगट कियो गुरपुर है, सिर वेचियो गुर पह मोली। कदों प्रगट हुंदा है जी? धन गुरु रामदास पातशाह महाराज कहंदे, जदों असीं अपना सिर गुरु नूं मुੱਲ ਵੇਚ ਦਿੰਦੇ ਹਾਂ। ਮੁੱਲ ਦਾ ਮਤਲਬ ਜਦੋਂ ਅਸੀਂ ਕੋਈ ਕੀ ਚੀਜ਼, ਆਪਣੀ ਚੀਜ਼ ਕਿਸੇ ਨੂੰ ਮੁੱਲ ਵੇਚਦੇ ਹਾਂ ਨਾ, ਫਿਰ ਉਸ ਦੇ ਉੱਤੇ ਸਾਡਾ ਕੋਈ ਅਧਿਕਾਰ ਨਹੀਂ ਜੇ ਹੋ ਸਕਦਾ। ਉਸ ਦੇ ਉੱਤੇ ਅਸੀਂ ਆਪਣਾ ਅਧਿਕਾਰ ਨਹੀਂ ਜੇ ਜਮਾਉਂਦੇ ਹਾਂ। ਸੱਚੇ ਪਾਤਸ਼ਾਹ ਕਹਿੰਦੇ, ਮੈਂ ਆਪਣਾ ਸਿਰ ਗੁਰੂ ਨੂੰ ਮੁੱਲ ਵੇਚ ਦਿੱਤਾ, ਭਾਵ ਕਿ ਆਪਣੀ ਮਤ ਜਿਹੜੀ ਹੈ ਉਹ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤੀ। ਹੁਣ ਜਦੋਂ ਮਤ ਗੁਰੂ ਨੂੰ ਅਰਪਣ ਕਰ ਦਿੱਤੀ ਨਾ, ਹੁਣ ਇਹ ਮਤ ਮੇਰੀ ਨਹੀਂ ਰਹੀ, ਇਹ ਮਤ ਜਿਹੜੀ ਆ ਗੁਰੂ ਦੀ ਬਣ ਗਈ। ਹੁਣ ਗੁਰੂ ਦੀ ਮਤ ਦੇ ਰਾਹੀਂ ਮੈਂ ਤੁਰਦਾ ਹਾਂ, ਗੁਰੂ ਦੀ ਮਤ ਦੇ ਰਾਹੀਂ ਮੈਂ ਹੁਣ ਕਾਰ ਵਿਹਾਰ ਕਰਦਾ ਹਾਂ। ਇਸ ਕਰਕੇ ਮੈਨੂੰ ਸਾਰਿਆਂ ਦੇ ਅੰਦਰ ਪਰਮਾਤਮਾ ਹਾਜ਼ਰ ਨਾਜ਼ਰ ਨਜ਼ਰ ਆਉਂਦਾ ਹੈ। ਹਰ ਜੀ ਅੰਤਰ ਬਾਹਰ ਤੁਮ ਸਰਣਾਗਤ, ਤੁਮ ਵਡ ਪੁਰਖ ਵਡੋਲੀ। ਪਰਮਾਤਮਾ ਸਭਨੀ ਥਾਈ ਹੈ, ਅੰਤਰ ਬਾਹਰ, ਜੀਵ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ। ਕੋਈ ਥਾਂ ਅਜਿਹਾ ਨਹੀਂ ਜਿੱਥੇ ਪਰਮਾਤਮਾ ਨਾ ਹੋਵੇ। ਜ਼ਰਰੇ ਜ਼ਰਰੇ ਦੇ ਅੰਦਰ ਪਰਮਾਤਮਾ ਸਮਾਇਆ ਹੋਇਆ ਹੈ। ਪਰ ਪ੍ਰਗਟ ਕਦੋਂ ਹੁੰਦਾ ਹੈ? ਪਰਮਾਤਮਾ ਦੇ ਦਰਸ਼ਨ ਕਦੋਂ ਅਸੀਂ ਕਰ ਸਕਦੇ ਹਾਂ? ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਆਪਣੀ ਮਤ ਗੁਰੂ ਨੂੰ ਦੇ ਦਈਏ ਤੇ ਗੁਰੂ ਦੀ ਮਤ ਗ੍ਰਹਿਣ ਕਰ ਲਈਏ ਤਾਂ ਫਿਰ ਜ਼ਰਰੇ ਜ਼ਰਰੇ ਦੇ ਅੰਦਰ ਪਰਮਾਤਮਾ ਨਜ਼ਰ ਆਉਂਦਾ ਹੈ। ਕਿਉਂਕਿ ਆਪਣੀ ਮਤ ਜਦੋਂ ਤਿਆਗ ਦਿੱਤੀ ਨਾ, ਫਿਰ ਇਹ ਮਤ ਗੁਰੂ ਦੀ ਬਣ ਜਾਂਦੀ ਹੈ ਤੇ ਫਿਰ ਮਤ ਉੱਚੀ ਬਣਦੀ ਹੈ। ਮਨ ਨੀਵਾਂ ਹੋ ਜਾਂਦਾ ਹੈ ਤੇ ਮਤ ਉੱਚੀ ਬਣ ਜਾਂਦੀ ਹੈ। ਜਦੋਂ ਗੁਰੂ ਦੇ ਦਰ ਤੇ ਅਰਦਾਸ ਕਰੀਏ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਸੱਚੇ ਪਾਤਸ਼ਾਹ, ਮੇਰੀ ਮਤ ਤੁੱਛ ਹੈ, ਅਲਪ ਹੈ। ਹਮ ਅਗਿਆਨ ਅਲਪ ਮਤ ਥੋੜੀ, ਤੁਮ ਆਪਨ ਬਿਰਦ ਰਖਾਵੋ। ਫਿਰ ਜ਼ਰਰੇ ਜ਼ਰਰੇ ਦੇ ਅੰਦਰ ਪਰਮਾਤਮਾ ਨਜ਼ਰ ਆਉਂਦਾ ਹੈ। ਫਿਰ ਤਾਂ ਬੰਦਾ ਕਹਿੰਦਾ ਹੈ, ਜਹ ਜਹ ਪੇਖੋਂ ਤਹ ਹਜ਼ੂਰ, ਦੂਰ ਕਤਹੁ ਨਾ ਜਾਈ, ਰਬ ਰਿਹਾ ਸਰਬੱਤਰ ਮੈਂ ਮਨ ਏਕ ਧਿਆਈ। ਫਿਰ ਤਾਂ ਇਹ ਕਹਿੰਦਾ ਹੈ, ਤੂੰ ਸਭਨੀ ਥਾਈ ਜਿੱਥੈ ਹੋ ਜਾਈ, ਸੱਚਾ ਸਿਰਜਣਹਾਰ ਜੀਓ। ਪਰਮਾਤਮਾ ਤੂੰ ਸਭਨੀ ਥਾਂ ਹੈ, ਕੋਈ ਥਾਂ ਅਜਿਹਾ ਨਹੀਂ ਜਿੱਥੇ ਤੇਰਾ ਵਾਸਾ ਨਾ ਹੋਵੇ। ਸੱਚੇ ਪਾਤਸ਼ਾਹ ਕਹਿੰਦੇ, ਹਰ ਹਰ ਨਿਕਟ ਵਸੈ ਸਭ ਜਗ ਕੈ, ਅਪਰੰਪਰ ਪੁਰਖ ਅਤੁੱਲੀ, ਹਰ ਹਰ ਪ੍ਰਗਟ ਕੀਓ ਗੁਰਪੂਰੈ, ਸਿਰ ਵੇਚਿਓ ਗੁਰ ਪੈ ਮੋਲੀ। ਜਦੋਂ ਗੁਰੂ ਨੂੰ ਸਿਰ ਵੇਚ ਦਿੱਤਾ, ਪਰਮਾਤਮਾ ਫਿਰ ਹਾਜ਼ਰ ਨਾਜ਼ਰ ਨਜ਼ਰ ਆ ਗਿਆ। ਹਰ ਜੀ ਅੰਤਰ ਬਾਹਰ ਤੁਮ ਸਰਣਾਗਤ। ਪਰਮਾਤਮਾ, ਤੁਸੀਂ ਜੀਵ ਦੇ ਅੰਦਰ ਵੀ ਹੋ, ਬਾਹਰ ਵੀ ਹੋ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਤੁਮ ਵਡ ਪੁਰਖ ਵਡੋਲੀ, ਤੁਸੀਂ ਸਰਵ ਵਿਆਪਕ ਹੋ, ਤੁਸੀਂ ਹੀ ਮੇਰੇ ਮਾਲਕ ਹੋ। ਜਿਹੜਾ ਮਾਲਕ ਸਭ ਤੋਂ ਵੱਡਾ ਹੈ, ਜਿਸ ਤੋਂ ਵੱਡਾ ਦੁਨੀਆ ਦੇ ਅੰਦਰ ਕੋਈ ਨਹੀਂ। ਜਨ ਨਾਨਕ ਅਨਦਿਨ ਹਰ ਗੁਣ ਗਾਵੇ, ਮਿਲ ਸਤਗੁਰ ਗੁਰ ਵੇਚੋਲੀ। ਅਖੀਰਲੀ ਤੁਕ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੈਂ ਗੁਰੂ ਨੂੰ ਵਿਚੋਲਾ ਬਣਾ ਕਰਕੇ, ਭਾਵ ਕਿ ਗੁਰੂ ਦੀ ਸ਼ਰਨ ਵਿੱਚ ਪੈ ਕਰਕੇ, ਗੁਰੂ ਦੀ ਮਤ ਧਾਰਨ ਕਰਕੇ ਮੈਂ ਪਰਮਾਤਮਾ ਦੇ ਗੁਣ ਗਾਉਂਦਾ ਹਾਂ। ਕਿਉਂਕਿ ਜੀਵਨ ਪ੍ਰਾਪਤ ਹੋਇਆ ਗੁਣ ਗਾਉਣ ਵਾਸਤੇ, ਜੀਵਨ ਮਿਲਿਆ ਹੈ ਅਸੀਂ ਪਰਮਾਤਮਾ ਦੇ ਗੁਣ ਗਾਈਏ, ਕਿਉਂਕਿ ਗੁਣ ਗਾਵਾਂਗੇ ਤੇ ਜੀਵਨ ਸਫਲਾ ਹੋਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਨੇ ਜਦੋਂ ਸ਼ਲੋਕਾਂ ਦੀ ਸ਼ੁਰੂਆਤ ਕੀਤੀ ਤੇ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜਮਨਾ, ਜਿਹ ਬਿਦ ਜਲ ਕੋ ਮੀਨ। ਸਜਣਾ, ਪਰਮਾਤਮਾ ਦੇ ਗੁਣ ਗਾ, ਪ੍ਰੀਤ ਜੋੜ ਕੇ ਗਾ, ਲਿਵ ਜੋੜ ਕਰਕੇ ਗਾ। ਜਿਵੇਂ ਇੱਕ ਮੱਛੀ ਪਾਣੀ ਦੇ ਨਾਲ ਪ੍ਰੀਤ ਜੋੜਦੀ ਹੈ, ਤੂੰ ਵੀ ਪਰਮਾਤਮਾ ਦੇ ਨਾਲ ਲਿਵ ਜੋੜ। ਸਾਧ ਸੰਗਤ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਬੈਠੇ ਹਾਂ। ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਰੋ ਕਿਰਪਾ ਕਰੁਣਾ ਪਤੇ, ਤੇਰੇ ਹਰ ਗੁਣ ਗਾਉ, ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਉ। ਕਰੀਏ ਅਰਦਾਸ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ।
ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਕਿਰਪਾ ਸਦਕਾ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਹੋਈ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹੋਇਆ ਭੁੱਲਾਂ ਚੁੱਕਾਂ ਦੀ ਮੁਆਫੀ ਮੰਗਦਾ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।